पहला Okay, I think I need to mute all of you again. Okay. So in the last lecture, we had studied what is difference between growth and development. ਔਰ ਉਹਦੇ ਚ ਅਸੀਂ ਦੱਸਿਆ ਸੀਗਾ ਕਿ growth is a different parameter ਜਿਹਨੂੰ ਅਸੀਂ measure ਕਰ ਸਕਦੇ ਹਾਂ ਐਂਡ ਫਿਰ ਅਸੀਂ ਉਸ ਤੋਂ ਬਾਅਦ ਦੇ ਵਿੱਚ ਕੀਤਾ ਸੀਗਾ ਕਿ ਜਿਹੜੀ ਡਿਵੈਲਪਮੈਂਟ ਹੈ that is a very holistic term ਜਿਹਦਾ ਇੱਕ ਹਿੱਸਾ growth ਵੀ ਹੈ ਫਿਰ ਅਸੀਂ ਇਸ ਤੋਂ ਬਾਅਦ ਦੇ ਵਿੱਚ ਪ੍ਰਿੰਸੀਪਲ ਸਟਾਰਟ ਕੀਤੇ ਸੀਗੇ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਇਹਦੇ ਚ ਅਸੀਂ ਕੀਤਾ ਸੀਗਾ ਕਿ ਜਿਹੜੀ ਵਿਕਾਸ ਹੈ ਡਿਵੈਲਪਮੈਂਟ ਹੈ ਜਿਹੜੀ ਇਹਦੇ ਕੁਝ ਖਾਸ ਸਿਧਾਂਤ ਹੈਗੇ ਜਿਹੜੇ ਕਿ ਅਗਰ ਅਸੀਂ ਉਹਨੂੰ ਪੜ੍ਹਨਾ ਚਾਹੀਏ ਜਾਣਨਾ ਚਾਹੀਏ ਤੇ ਸਾਨੂੰ ਉਹਦੀ ਸਮਝ ਜਲਦੀ ਆਏਗੀ ਔਰ ਅਸੀਂ ਵਿਲ ਬੀ ਏਬਲ ਟੂ ਯੂਜ਼ ਦਿਸ ਨੌਲੇਜ ਫॉर our upgrading our own knowledge, for helping child, for helping a mother, for helping a teacher, for helping a counselor also. ਸੋ ਉਹਦੇ ਚ ਆਪਾਂ ਕੀਤੇ ਸੀਗੇ ਪ੍ਰਿੰਸੀਪਲਸ ਜਿਹੜੇ ਕੀਤੇ ਸੀ ਇਹਦੇ ਚ ਅਸੀਂ ਪਹਿਲਾਂ ਦੱਸਿਆ ਸੀਗਾ ਕਿ ਡਿਵੈਲਪਮੈਂਟ ਪੈਟਰਨ ਇਟ ਇਜ਼ ਪ੍ਰੈਡਿਕਟੇਬਲ ਕਿ ਡਿਵੈਲਪਮੈਂਟ ਜਿਹੜੀ ਹੈ ਵਿਕਾਸ ਜਿਹੜੀ ਹੈ ਉਹਦਾ ਜਿਹੜਾ ਪੈਟਰਨ ਹੈ ਜੋ ਤਰੀਕਾ ਹੈ ਕਿਸ ਤਰੀਕੇ ਦੇ ਨਾਲ ਹੋਏਗੀ ਉਹ ਅਸੀਂ ਉਹਨੂੰ ਪ੍ਰੈਡਿਕਟ ਕਰ ਸਕਦੇ ਹਾਂ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਹੋਏਗੀ ਉਹਦੇ ਚ ਅਸੀਂ ਦੱਸਿਆ ਸੀਗਾ ਦੋ ਆਪਾਂ ਚੀਜ਼ਾਂ ਸਟੱਡੀ ਕੀਤੀਆਂ ਸੀਗੀਆਂ ਇਫ ਯੂ ਜੇ ਕੱਲ ਦਾ ਲੈਕਚਰ ਤੁਸੀਂ ਲਗਾਇਆ ਹੋਏਗਾ ਤੁਸੀਂ ਯਾਦ ਕਰ ਸਕੋਗੇ ਅਸੀਂ ਕੀਤੀ ਸੀ ਦੋ ਤਰ੍ਹਾਂ ਦੀ ਸਿਫੈਲੋਕੌਡਲ and proximo-distal. Cephalocaudal मतलब ਜਿਹੜੀ ਡਿਵੈਲਪਮੈਂਟ ਹੈ ਉਹ ਹੈਡ ਟੂ ਟੋ ਪ੍ਰੋਸੀਡ ਕਰਦੀ ਹੈ ਇੱਥੋਂ ਸਿਰ ਤੋਂ ਸ਼ੁਰੂ ਹੋਏਗੀ ਪੈਰਾਂ ਵੱਲ ਨੂੰ ਜਾਏਗੀ ਉਹਦੀ ਐਗਜ਼ਾਮਪਲ ਲੈਣ ਦਿੱਤੀ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲੇ ਕੁਝ ਮਹੀਨੇ ਜਿਹੜੀ ਹੈ ਉਹ ਅਪਰ ਪਾਰਟ ਆਫ ਬਾਡੀ ਹੈ ਉਹਦੇ ਚ ਚੇਂਜਸ ਆਉਂਦੀਆਂ ਫਿਰ ਉਹ ਧੜ ਵਾਲੇ ਪਾਸੇ ਨੂੰ ਜਾਂਦੀਆਂ ਔਰ ਜਿਵੇਂ 6 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਬੱਚਾ ਵੱਡਾ ਹੁੰਦਾ ਜਾਂਦਾ ਫਿਰ ਡਿਵੈਲਪਮੈਂਟ ਜਿਹੜੀ ਹੈ ਜਿਹੜਾ ਕੰਟਰੋਲ ਹੈਗਾ ਉਹਦਾ ਲੈਗਸ ਵਾਲੇ ਪਾਸੇ ਵੀ ਉਹ ਕਮਾਂਡ ਉਹਦੀ ਬਣਦੀ ਜਾਂਦੀ ਹੈ ਤਾਂ ਉਹਨੂੰ ਆਪਾਂ ਕਿਹਾ ਸੀ ਸਿਫੈਲੋਕੌਡਲ ਫਿਰ ਅਸੀਂ ਕੀਤਾ ਸੀ ਪ੍ਰੋਕਸੀਮੋਡਿਸਟਲ ਪ੍ਰੋਕਸੀਮੋਡਿਸਟਲ ਮਤਲਬ ਕੀ ਹੁੰਦਾ ਹੈ ਕਿ ਡਿਵੈਲਪਮੈਂਟ ਜਾਂ ਜਿਹੜੇ ਬੱਚੇ ਦਾ ਵਿਕਾਸ ਹੈ ਪਹਿਲਾਂ ਸੈਂਟਰਲ ਪਾਰਟ ਆਫ ਬਾਡੀ 'ਚ ਹੋਏਗਾ ਉਸ ਤੋਂ ਬਾਅਦ ਵਿੱਚ ਉਹਦਾ ਫੈਲਾਓ ਬਾਹਰ ਵਾਲੇ ਪਾਸੇ ਨੂੰ ਜਾਏਗਾ ਜਿਵੇਂ ਕਿ ਸਿਫੈਲੋਕੌਡਲ ਦਾ ਵਿੱਚ ਤੁਹਾਨੂੰ ਦੱਸਿਆ ਹੀ ਸੀਗਾ ਕਿ ਸਭ ਤੋਂ ਪਹਿਲੇ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਕਿ ਬੱਚਾ ਪਹਿਲਾਂ ਗਰਦਨ ਮਾਰਨੀ ਸਿੱਖਦਾ ਹੈ ਹਨਾ ਔਰ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਕਿ ਉਹ ਆਪਣੀ ਜਿਹੜੀ ਧੜ ਹੈ ਉਹਨੂੰ ਵੀ ਯੂਜ਼ ਕਰ ਸਕਦਾ ਹੈ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੌਲੀ ਹੌਲੀ ਜਿਵੇਂ 6-8 ਮਹੀਨੇ ਦਾ ਬੱਚਾ ਹੁੰਦਾ ਫਿਰ ਉਸ ਤੋਂ ਬਾਅਦ ਚ ਉਹਨੂੰ ਬੈਠਣਾ ਆ ਜਾਂਦਾ ਕਿਉਂਕਿ ਉਹਦੀ ਜਿਹੜੀ ਹਿਪ ਬੋਨ ਹੈ ਉਹ ਇੰਨੀ ਉੱਥੇ ਤੱਕ ਡਿਵੈਲਪਮੈਂਟ ਪਹੁੰਚ ਚੁੱਕੀ ਹੈ ਫਿਰ ਕੀ ਹੁੰਦਾ ਉਹ ਰਿੜਨਾ ਸ਼ੁਰੂ ਕਰਦਾ ਕਿਉਂਕਿ ਗੋਡਿਆਂ ਤੱਕ ਪਹੁੰਚ ਗਈ ਉਸ ਤੋਂ ਬਾਅਦ ਖੜਨਾ ਸ਼ੁਰੂ ਕਰਦਾ ਕਿਉਂਕਿ ਪੈਰਾਂ ਦੇ ਵਿੱਚ ਸਟਰੈਂਥ ਆ ਗਈ ਕੰਟਰੋਲ ਬਣ ਗਿਆ ਔਰ ਉਸ ਤੋਂ ਬਾਅਦ ਦੇ ਵਿੱਚ ਬੱਚਾ ਚੱਪਲ ਵੀ ਪਾ ਲੈਂਦਾ ਹੈ ਉਹ ਸਾਈਕਲ ਵੀ ਚਲਾ ਲੈਂਦਾ ਹੈ ਹਨਾ ਉਹ ਸਕਿਪਿੰਗ ਵੀ ਕਰ ਲੈਂਦਾ ਇਹਦਾ ਮਤਲਬ ਇਹ ਹੈ ਕਿ ਪੈਰਾਂ ਤੱਕ ਪ੍ਰੋਪਰ ਉਹ ਬੱਚੇ ਦੀ ਡਿਵੈਲਪਮੈਂਟ ਹੋ ਗਈ ਤਾਂ ਹੈਡ ਟੂ ਟੋ ਇਸ ਤਰ੍ਹਾਂ ਹੀ ਆਪਾਂ ਕੀਤਾ ਸੀ ਸੈਂਟਰ ਪਾਰਟ ਆਫ ਬਾਡੀ ਜਿਹਨੂੰ ਆਪਾਂ ਪ੍ਰੋਕਸੀਮੋ ਡਿਸਟਲ ਦੀ ਗੱਲ ਕਰ ਰਹੇ ਸੀ ਪ੍ਰੋਕਸੀਮੋ ਮਤਲਬ ਸੈਂਟਰ ਡਿਸਟਲ ਮਤਲਬ ਆਊਟਸਾਈਡ ਉਹਦੇ ਚ ਆਪਾਂ ਐਗਜ਼ਾਮਪਲ ਇਹ ਕੀਤੀ ਸੀਗੀ ਕਿ ਫੋਰ ਐਗਜ਼ਾਮਪਲ ਬੱਚਾ ਜਿਹੜਾ ਪਹਿਲਾਂ ਸਿਰਫ ਮੋਢਿਆਂ ਤੱਕ ਉਹਦੀ ਹੈ ਪਹਿਲਾਂ ਗਰਦਨ ਤੱਕ ਸੀ ਉਹਦੀ ਬਾਡੀ ਤੇ ਕੋਈ ਕੰਟਰੋਲ ਨਹੀਂ ਹੁੰਦਾ ਹੌਲੀ ਹੌਲੀ ਕੀ ਹੁੰਦਾ ਬੱਚਾ ਟਵਿਸਟ ਕਰਨਾ ਸ਼ੁਰੂ ਕਰ ਦਿੰਦਾ ਇਹ ਵਾਲੀ ਚੀਜ਼ ਜਿਸ ਤਰ੍ਹਾਂ ਮੰਮੀ ਨੂੰ ਦੇਖਦਾ ਤਾਂ ਨਾਲ ਉਹ ਇਹ ਵੀ ਮੂਵਮੈਂਟ ਜਿਹੜੀ ਹੈ ਗਰਦਨ ਦੇ ਨਾਲ ਨਾਲ ਇੱਥੇ ਤੱਕ ਮੋਢੇ ਤੱਕ ਆ ਜਾਂਦੀ ਹੈ ਔਰ ਫਿਰ ਹੌਲੀ ਹੌਲੀ ਕੀ ਹੁੰਦਾ ਬੱਚੇ ਦੀ ਬਾਹ ਤੇ ਪੂਰਾ ਕੰਟਰੋਲ ਨਹੀਂ ਹੁੰਦਾ ਇੱਥੇ ਸ਼ੁਰੂਆਤ ਤੱਕ ਉਹਦੀ ਪ੍ਰੈਸ਼ਰ ਹੁੰਦੀ ਹੈ ਕਿ ਕੋਈ ਚੀਜ਼ ਦੇਖਣਾ ਚਾਹੁੰਦਾ ਹੈ ਕੋਈ ਚੀਜ਼ ਅੱਛੀ ਲੱਗਦੀ ਹੈ ਤਾਂ ਉਹਦੇ ਵੱਲ ਨੂੰ ਬੱਚਾ ਉੱਲਰ ਹੀ ਜਾਂਦਾ ਹੈ ਜਾਂ ਫਿਰ ਕੀ ਹੁੰਦਾ ਹੱਥ ਮਾਰਦਾ ਉੱਥੇ ਇੰਨਾ ਕੁ ਹਨਾ ਬਾਕੀ ਕੰਟਰੋਲ ਕਿਤੇ ਨਹੀਂ ਹੈ ਔਰ ਹੌਲੀ ਹੌਲੀ ਕੀ ਹੁੰਦਾ ਹੈਗਾ ਉਹ ਬੱਚੇ ਦਾ ਜਿਹੜੀ ਜਦੋਂ ਤੱਕ ਉਦੋਂ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ ਫਿਰ ਉਹ ਵੱਡੇ ਵੱਡੇ ਬਲੌਕਸ ਪਕੜ ਲੈਂਦਾ ਹੈ ਵੱਡੇ ਬਲੌਕ ਪਕੜਦਾ ਹੈ ਫਿਰ ਛੋਟੀਆਂ ਚੀਜ਼ਾਂ ਪਕੜਦਾ ਹੈ ਔਰ ਹੌਲੀ ਹੌਲੀ ਚਮਚ ਵਗੈਰਾ ਵੀ ਜਿਹੜੇ ਉਹ ਪਕੜਨੇ ਸ਼ੁਰੂ ਕਰ ਦਿੰਦਾ ਹੈ ਪੈਨਸਿਲ ਵਰਗੀ ਪਤਲੀ ਚੀਜ਼ ਪਕੜ ਲੈਂਦਾ ਹੈ ਤਾਂ ਐਸੀ ਚੀਜ਼ਾਂ ਇਹ ਡਿਵੈਲਪਮੈਂਟ ਦੇ ਦੋ ਪੈਟਰਨ ਨੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਔਰ ਇਸ ਤੋਂ ਬਾਅਦ ਵਿੱਚ ਅਸੀਂ ਕੀਤਾ ਸੀਗਾ ਡਿਵੈਲਪਮੈਂਟ ਇਜ਼ ਕੰਟੀਨਿਊਅਸ ਜਿਹੜੀ ਡਿਵੈਲਪਮੈਂਟ ਹੈ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਵਾਧਾ ਰੁਕ ਜਾਂਦਾ ਹੈ ਪਰ ਵਿਕਾਸ ਜਿਹੜਾ ਹੈ that will continue till the time we are alive ਜਦੋਂ ਤੱਕ ਅਸੀਂ ਜ਼ਿੰਦਾ ਰਹਿੰਦੇ ਹਾਂ ਪਰ ਇਹ ਹੈਗਾ ਕਿ ਇਹਨੂੰ ਪ੍ਰਭਾਵਿਤ ਕਰਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਵੇਂ ਅਸੀਂ ਜਦੋਂ ਬਿਮਾਰ ਹੋ ਜਾਂਦੇ ਹਾਂ ਜਾਂ ਕੋਈ ਇਸ ਤਰ੍ਹਾਂ ਦੀ এনवायरमेंटल ਚੇਂਜਸ ਆਉਂਦੀਆਂ ਨੇ ਉਹਦੇ ਨਾਲ ਵਿਕਾਸ ਵਿੱਚ ਥੋੜਾ ਫਰਕ ਅੰਤਰ ਆ ਜਾਂਦਾ ਹੈ ਪਰ ਹੁੰਦਾ ਕੰਟੀਨਿਊਸ ਹੈ ਫਿਰ ਆਪਾਂ ਕੀਤਾ ਸੀਗਾ ਕਿ ਡਿਵੈਲਪਮੈਂਟ ਜਿਹੜੀ ਹੈ that proceeds from general to specific
ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸਧਾਰਨ ਤੋਂ ਲੈ ਕੇ ਵਿਸ਼ੇਸ਼ ਤਰੀਕੇ ਦੇ ਨਾਲ ਹੁੰਦੀ ਹੈ। ਸਧਾਰਨ ਮਤਲਬ ਜਿਵੇਂ ਆਪਾਂ ਦੇ ਕੀਤੀ ਸੀ ਕਿ ਬੱਚਾ ਜਿਹੜਾ ਜੰਮਦਾ ਹੈ ਉਹਨੂੰ ਸਿਰਫ ਲੱਤਾਂ ਮਾਰਨੀਆਂ ਆਉਂਦੀਆਂ, ਰੋਂਦਾ ਹੈ ਤੇ ਹੱਥ ਪੈਰ ਇੰਝ ਮਾਰਦਾ ਰਹਿੰਦਾ ਹੈ। ਔਰ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ, ਅਲਟੀਮੇਟਲੀ ਉਹਦੀ ਕੰਟਰੋਲ ਆ ਜਾਂਦੀ ਹੈ। ਹੁਣ ਤੁਸੀਂ ਦੇਖੋ ਛੋਟੇ ਬੱਚੇ ਨੇ, ਜਦੋਂ ਪਹਿਲਾਂ ਕੁਝ ਨਹੀਂ ਆਉਂਦਾ ਸੀ, ਪਰ ਐਕਚੁਅਲੀ ਉਹੀ ਬੱਚਾ ਹੈ ਜਿਹੜਾ ਕਿਕ ਕਰਕੇ ਤੁਸੀਂ ਦੇਖੋ ਕਿ ਉਹ ਆਪਣਾ ਗੋਲ ਕਰ ਦਿੰਦਾ। ਉਹਦਾ ਪੈਰ ਦੀ ਇੰਨੀ ਅੱਛੀ ਉਹਦੀ ਅਲਾਈਨਮੈਂਟ ਹੋ ਗਈ ਕਿ ਉਹ ਗੋਲ ਦੇ ਵਿੱਚ ਪਾ ਦਿੰਦਾ ਹੈ, ਜਾਂ ਉਹ ਬੱਚੇ ਦੇ ਹੱਥਾਂ ਵਿੱਚ ਇੰਨੀ ਜ਼ਿਆਦਾ ਉਹਦੀ ਸਟਰੈਂਥ ਆ ਜਾਂਦੀ ਹੈ ਉਸੇ ਬੱਚੇ ਦੀ ਜਿਹੜਾ ਕਿ ਆਪਣੀ ਕੰਟਰੋਲ ਨਹੀਂ ਸੀਗਾ, ਉਹ ਬੰਟੇ ਵੀ ਖੇਲ ਲੈਂਦਾ ਹੈ। ਉਹ ਛੋਟੀ ਜੀ ਜਗ੍ਹਾ ਦੇ ਵਿੱਚ ਆਪਣੇ ਉਹ ਬੰਟਾ ਵੀ ਉਹਦੇ ਵਿੱਚ ਪਾ ਦਿੰਦਾ ਹੈ ਨਾ, ਬੈਡਮਿੰਟਨ ਵੀ ਖੇਲ ਲੈਂਦਾ ਹੈ, ਵਟਐਵਰ ਗੀਟੇ ਖੇਲ ਲੈਂਦੇ ਆ। ਹਾਂ, तो ਇਹ ਮਤਲਬ ਫਰਮ ਜਨਰਲ ਟੂ ਸਪੈਸਿਫਿਕ। ਸਧਾਰਨ ਪਹਿਲਾਂ ਆਪਾਂ ਕੋਈ ਚੀਜ਼ ਨੂੰ ਪਕੜਨਾ ਸਿੱਖਦੇ ਹਾਂ, ਫਿਰ ਉਹਨੂੰ ਅਸੀਂ ਫਾਈਨ ਟਿਊਨ ਕਰਕੇ ਕੋਈ ਸਕਿੱਲ ਅਡਾਪਟ ਕਰ ਲੈਂਦੇ ਹਾਂ। ਏਦਾਂ ਹੀ ਆਪਾਂ ਡਰਨ ਦੀ ਵੀ ਗੱਲ ਕੀਤੀ ਸੀ ਕਿ ਪਹਿਲਾਂ ਜਿਹੜਾ ਡਰ ਹੁੰਦਾ ਸਾਡਾ ਜਨਰਲ ਹੁੰਦਾ ਬੱਚੇ ਦਾ, ਇੱਕਦਮ ਛੋਟੀ ਜਿਹੀ ਆਵਾਜ਼ ਤੋਂ ਹੀ ਡਰ ਜਾਂਦਾ ਹੈ, ਔਰ ਫਿਰ ਉਦੋਂ ਬਾਅਦ ਚ ਉਹਦੇ ਸਪੈਸਿਫਿਕ ਫੀਅਰ ਹੋ ਜਾਂਦੇ, ਉਹ ਛਿਪਕਲੀ ਤੋਂ ਡਰੇਗਾ, ਉਹ ਕਾਕਰੋਚ ਤੋਂ ਡਰੇਗਾ, ਹਨੇਰੇ ਤੋਂ ਡਰੇਗਾ ਨਾ, ਤਾਂ ਸਪੈਸਿਫਿਕ ਫੀਅਰ ਹੋ ਜਾਂਦਾ। ਇਸ ਤਰ੍ਹਾਂ ਹੀ ਨੈਕਸਟ ਅਸੀਂ ਡਿਵੈਲਪਮੈਂਟ ਦਾ ਜਿਹੜਾ ਸਿਧਾਂਤ ਕੀਤਾ ਸੀ, ਦੈਟ ਇਜ਼ ਡਿਫਰੈਂਟ ਏਰੀਆਜ਼ ਦੇ ਡਿਵੈਲਪ ਐਟ ਡਿਫਰੈਂਟ ਰੇਟਸ। ਕਿ ਹਰ ਇੱਕ ਜਿਹੜਾ ਸਰੀਰ ਦਾ ਹਿੱਸਾ ਹੈ ਜਾਂ ਜਿਹੜਾ ਹਰ ਇੱਕ ਤਰ੍ਹਾਂ ਦੀ ਡਿਵੈਲਪਮੈਂਟ ਹੈ, ਫॉर एग्जांपल ਫਿਜ਼ੀਕਲ ਹੈ, ਫॉर एग्जांपल ਮੈਂਟਲ ਹੈ, ਫॉर एग्जांपल ਸੋਸ਼ਲ ਹੈ, ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਵੱਖ-ਵੱਖ ਦਰ ਤੇ ਹੁੰਦੀਆਂ ਨੇ। ਔਰ ਇਹਦੇ ਚ ਆਪਾਂ ਜਿਵੇਂ ਫਿਜ਼ੀਕਲ ਦੀ ਆਪਾਂ ਜੇ ਗੱਲ ਕਰੀਏ ਤਾਂ ਅਸੀਂ ਤੁਹਾਨੂੰ, ਮੈਂ ਪਹਿਲੇ ਵੀ ਦੱਸਿਆ ਸੀਗਾ, ਇੱਕ ਤੁਹਾਨੂੰ ਫਿਗਰ ਦਿਖਾਈ ਸੀਗੀ ਜਿਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਹੈਡ ਦੀ ਗਰੋਥ ਹੁੰਦੀ ਹੈ, ਫਿਰ ਆਪਣੀ ਧੜ ਦੀ ਗਰੋਥ ਹੁੰਦੀ ਹੈ, ਫਿਰ ਆਪਣੀਆਂ ਲੱਤਾਂ ਦੀ ਗਰੋਥ ਹੁੰਦੀ ਹੈ। ਤਾਂ ਜਦੋਂ ਤੁਸੀਂ ਇੱਕ ਬੱਚੇ ਦੀ ਉਹਦੀ ਦੇਖਦੇ ਹੋ ਔਰ ਵੱਡੇ ਦੀ ਦੇਖਦੇ ਹੋ, ਬਾਡੀ ਦੀ ਕੰਪੋਜੀਸ਼ਨ ਕਿੰਨਾ ਉਹਦਾ ਸਾਈਜ਼ ਵਧਿਆ ਜਦੋਂ ਤੋਂ ਉਹ ਪੈਦਾ ਹੋਇਆ। ਹਾਈਟ ਦੇ ਵਿੱਚ ਦੇਖੋ ਕਿੰਨਾ ਫਰਕ ਪਿਆ, ਬੱਚਾ ਤਾਂ ਇੰਨਾ ਛੋਟਾ ਜਿਹਾ ਹੁੰਦਾ ਪਰ ਉਹ ਕਿੰਨਾ ਵੱਡਾ ਹੋ ਜਾਂਦਾ, ਹਾਈਟ ਵਿੱਚ ਕਿੰਨੀ ਜ਼ਿਆਦਾ ਉਹਦੇ ਗੇਨ ਕਰਦੇ ਆ। ਫੇਸ ਜਿਹੜਾ ਸੀਗਾ ਉਹ ਕਿੰਨਾ ਗਰੋ ਕਰੇਗਾ, ਫੇਸ ਕਿੰਨਾ ਜ਼ਿਆਦਾ ਗਰੋ ਕਰੇਗਾ, ਇੰਨਾ ਥੋੜਾ ਗਰੋ ਕਰ ਸਕਦਾ ਫੇਸ। ਫੇਸ ਨੇ ਤਾਂ ਇਵੈਂਚੁਅਲੀ ਜਿੰਨਾ ਗਰੋ ਕਰਨਾ ਹੈ, ਜਿਵੇਂ ਫॉर एग्जांपल 1 ਈਅਰ ਤੇ 25%, ਮਤਲਬ ਇੱਕ ਚੌਥਾਈ ਹਿੱਸਾ ਜਿਹੜਾ ਉਹਦੀ ਪੂਰੀ ਹਾਈਟ ਦਾ ਹੈਡ ਹੈ, ਉਹਦਾ ਚਿਹਰਾ ਹੈ। ਔਰ ਜਦੋਂ ਇੱਕ ਅਡਲਟ ਮੈਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਸਿਰਫ 6% ਹੈ, ਮਤਲਬ ਅਗਰ ਪੂਰੀ ਬਾਡੀ ਦਾ ਲਈਏ ਸਿਰਫ 6% ਹਿੱਸਾ ਜਿਹੜਾ ਉਹਦੇ ਫੇਸ ਦਾ ਹੈ, ਬਾਕੀ ਪੂਰੀ ਬਾਡੀ ਜਿਹੜੀ ਹੈ ਉਹਦੀ ਉਹ ਬਾਕੀ ਹੋਰ ਆਰਗਨਸ ਦੀ ਜਿਵੇਂ ਨੈਕ ਹੈ, ਦੈਨ ਟਰੰਕ ਹੈ, ਆ ਸਾਰਾ ਜਿਹੜਾ ਧੜ ਜਿਹਨੂੰ ਆਪਾਂ ਕਹਿੰਦੇ ਆ ਉਹ ਹੈ, ਲੈਗਸ ਹੈ, ਉਹਨਾਂ ਦੇ ਨਾਲ ਬਣਦਾ ਹੈ। ਸੋ ਡਿਫਰੈਂਟ ਏਰੀਆਜ਼ ਡਿਫਰੈਂਟ ਰੇਟ ਤੇ ਡਿਫਰੈਂਟ ਦਰ ਤੇ ਗਰੋ ਕਰਦੇ ਆ। ਫਿਰ ਆਪਾਂ ਕੀਤਾ ਸੀਗਾ देयर आर, आई थिंक दिस इज ਇੱਥੇ ਤੱਕ ਕੀਤਾ ਸੀ ਕੱਲ ਆਪਾਂ, ਨਾउ वी विल कंटिन्यू। देयर आर इंडिविजुअल डिफरेंसेस। इंडिविजुअल डिफरेंसेस मतलब हर एक ਆਪਾਂ ਨੂੰ ਪਤਾ ਹੈ ਪੈਟਰਨ ਹੋ ਰਿਹਾ ਹੈ, ਕਿਸੇ ਖਾਸ ਦਰ ਤੇ ਉਹ ਜਿਹੜੀ ਚੀਜ਼ ਨੇ ਗਰੋ ਕਰਨਾ ਹੈ ਜਾਂ ਡਿਵੈਲਪ ਕਰਨਾ ਹੈ, ਪਰ ਹਰ ਇੱਕ ਚੀਜ਼ ਚਾਹੇ ਉਹ ਆਪਾਂ ਨੂੰ ਰਸਤਾ ਪਤਾ ਹੈ ਕਿ ਕਿਸ ਬੰਦੇ ਨੇ ਕਿਵੇਂ ਲੈਣਾ ਹੈ, ਪਰ देयर आर individual differences because you are different, I am different, your friend is different, your mother is different, your brother is different। ਇਹ ਸਾਰੇ ਆਪਾਂ ਹਿਊਮਨ ਬੀਇੰਗਸ ਆ, ਆਪਾਂ ਸਭ ਨੇ ਉਹੀ ਚੀਜ਼ਾਂ ਉਵੇਂ ਹੀ ਅਸੀਂ ਡਿਵੈਲਪ ਕਰ ਰਹੇ ਹਾਂ, ਪਰ देयर आर इंडिविजुअल डिफरेंसेस। ਜੇ ਆਪਾਂ ਕਹੀਏ ਕਿ ਡਿਵੈਲਪਮੈਂਟ ਦਾ ਪੈਟਰਨ ਤਾਂ ਸੇਮ ਹੈ, ਪਰ ਜੇ ਆਪਾਂ ਸੋਚੀਏ ਕਿ 15 ਸਾਲ ਤੇ ਹਰ ਬੰਦੇ ਦੀ ਉਨੀ ਹੀ ਡਿਵੈਲਪਮੈਂਟ ਹੋਈ ਹੋਏਗੀ, ਜਾਂ ਜਿਹੜਾ 4 ਮਹੀਨੇ ਦਾ ਬੱਚਾ ਹੈ ਉਹਦੇ ਹਰ ਇੱਕ ਦੇ ਵਿੱਚ ਦੰਦ ਆਣੇ ਸਟਾਰਟ ਹੋ ਜਾਣੇ ਚਾਹੀਦੇ ਹੈ, ਜਾਂ ਉਹ ਬੱਚਾ ਜਿਹੜਾ ਹੈਗਾ 1 ਸਾਲ ਦਾ ਬੱਚਾ ਜਿਹੜਾ ਉਹ ਖੜੇ ਹੋਣਾ ਸਿੱਖੇ ਜਾਂ ਚੱਲਣਾ ਸਿੱਖੇ ਜਾਂ ਬੈਠਣਾ ਸਿੱਖੇ, ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਕੋਈ ਬੱਚਾ ਤੁਸੀਂ ਦੇਖੋਗੇ ਕਿ ਉਹਦੀ ਜਿਹੜੇ ਦੰਦ ਆਣੇ ਸ਼ੁਰੂ ਹੁੰਦੇ 4 ਮਹੀਨੇ ਤੇ, ਕਈ ਹੁੰਦੇ ਸਾਲ ਪੱਕਾ ਉਹਨਾਂ ਦੇ ਦੰਦ ਨਹੀਂ ਆਉਂਦੇ। ਕੋਈ ਬੱਚਾ ਜਿਹੜਾ ਬੋਲਣਾ ਸ਼ੁਰੂ ਕਰਦਾ 6 ਮਹੀਨੇ ਤੇ ਸਟਾਰਟ ਕਰਦਾ, ਕੋਈ ਬੱਚਾ ਸਾਲ ਸਵਾ ਸਾਲ ਦਾ ਹੋ ਜਾਂਦਾ, ਕੁਝ ਵੀ ਨਹੀਂ ਬੋਲਦਾ। तो ਇਹ ਇੰਡੀਵਿਜੂਅਲ ਡਿਫਰੈਂਸਸ ਹੁੰਦੇ ਆ। ਔਰ ਸਪੈਸ਼ਲੀ ਜੇ ਆਪਾਂ ਕਹੀਏ ਕਿ ਫਿਜ਼ੀਕਲ ਜਿਹੜੇ ਡਿਫਰੈਂਸਸ ਹੈ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਉੱਤੇ ਆਧਾਰਿਤ ਹੈ। ਫॉर एग्जांपल ਜੋ ਉਹਨੇ ਆਪਣੇ ਮਾਪੇ ਤੋਂ ਗੁਣ ਲਏ ਹੈ, ਜੇ ਉਹਦੀ ਹਾਈਟ ਹੈ, weight ਹੈ, ਉਹ ਜਿਹੜੇ ਮਾਪੇ ਤੋਂ ਗੁਣ ਲਏ ਉਹਨੂੰ ਆਪਾਂ ਹੈਰੀਡਿਟੀ ਕਹਿੰਦੇ ਆ, ਵਿਰਾਸਤ ਵਿੱਚੋਂ ਸਾਨੂੰ ਮਿਲਿਆ ਹੈ। ਇੱਕ ਤਾਂ ਉਹ ਹੋ ਗਿਆ, ਦੂਸਰਾ ਕਿ ਉਹਨੂੰ ਆਲਾ ਦੁਆਲਾ ਕਿਵੇਂ ਦਾ ਮਿਲਿਆ। ਫॉर एग्जांपल ਕਿ ਉਹਦੇ ਬੱਚੇ ਦੇ ਮੰਮੀ ਪਾਪਾ ਤਾਂ ਬੜੇ ਟੌਲ ਹੈ, ਇਹਦਾ ਮਤਲਬ ਉਹਦੇ ਕੋਲ ਟੌਲ ਜੀਨਸ ਹੈਗੇ ਆ, ਪਰ ਇਸ ਤਰ੍ਹਾਂ ਸੀਗਾ ਕਿ ਉਹ ਬਿਮਾਰ ਬਹੁਤ ਰਹਿੰਦਾ, ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਗਈ ਹੈ ਕਿ ਵਾਰੀ-ਵਾਰੀ ਉਹਨੂੰ ਬੁਖਾਰ ਚੜ ਜਾਂਦਾ ਹੈ ਜਾਂ ਉਹਦਾ ਪੇਟ ਠੀਕ ਨਹੀਂ ਰਹਿੰਦਾ, ਤਾਂ ਫਿਰ ਉਹ ਪ੍ਰੋਪਰ ਨਰਿਸ਼ਮੈਂਟ ਨਹੀਂ ਲੈ ਪਾਏਗਾ ਤੇ ਉਹ ਉਨੀ ਹਾਈਟ ਕੱਦ ਕਾਠ ਉਹਨਾਂ ਨਹੀਂ ਕੱਢ ਪਾਏਗਾ। ਔਰ ਇਸ ਤਰ੍ਹਾਂ ਹੀ ਕੁਝ ਹੋਰ ਵੀ ਬੜੀ ਤਰ੍ਹਾਂ ਦੇ ਫੈਕਟਰਸ ਹੁੰਦੇ ਕਿ ਕਿਸ ਤਰ੍ਹਾਂ এনवायरमेंट ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਹੈ, ਕੋਈ ਘਰ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ। देयर आर अदर थिंग्स ਜਿਹੜੀਆਂ ਉਹਦੀ ਫਿਜ਼ੀਕਲ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਨਗੀਆਂ। ਤੇ ਜੇ ਆਪਾਂ ਉਹਦੀ ਕਿਸੇ ਦੀ ਇੰਟੈਲੈਕਚੁਅਲ ਡਿਵੈਲਪਮੈਂਟ ਦੀ ਗੱਲ ਕਰੀਏ, ਇੰਟੈਲੈਕਟ ਨੂੰ ਪੰਜਾਬੀ ਚ ਕੀ ਕਹਿੰਦੇ ਆ,
आई हैव फॉरगॉटन, प्लीज चेक कर लियो। ਇੰਟੈਲੈਕਚੁਅਲ ਡਿਵੈਲਪਮੈਂਟ ਜਿਹੜੀ ਸੋਚਣ ਸ਼ਕਤੀ ਸਾਡੀ ਜਿਹੜੀ ਪ੍ਰਭਾਵਿਤ ਕਰਦੀ ਹੈ, ਸਾਡਾ ਅਸੀਂ ਕਿੰਨਾ ਚੀਜ਼ਾਂ ਨੂੰ ਸਮਝ ਸਕਦੇ ਹਾਂ, ਤਰਕ ਦੇ ਨਾਲ ਕਿਸ ਤਰ੍ਹਾਂ ਅਸੀਂ ਉਹਦਾ ਸੋਲੂਸ਼ਨ ਲੱਭ ਸਕਦੇ ਹਾਂ। ਤਾਂ ਉਹ ਅੰਦਰ ਤਾਂ ਜੋ ਸਾਡੀ ਕਪੈਸਿਟੀ ਹੈ ਸੋ ਹੈ, ਜੋ ਸਾਡੀ ਸਮਰੱਥਾ ਸਾਨੂੰ ਸਾਡੀ ਨੇਚਰ ਨੇ ਸਾਨੂੰ ਦਿੱਤੀ ਹੈ, ਸਾਡੇ ਅਸੀਂ ਪੇਰੈਂਟਸ ਤੋਂ ਜੋ ਲਿੱਤਾ ਹੈ ਉਹ ਤਾਂ ਹੈ ਹੀ ਹੈ। ਇਸ ਤੋਂ ਇਲਾਵਾ ਤੁਸੀਂ ਕਿੰਨੀ ਤਰ੍ਹਾਂ ਦੇ ਨਾਲ ਇਮੋਸ਼ਨਲ ਤੁਹਾਡਾ এনवायरमेंट ਕਿਵੇਂ ਦਾ ਹੈ। ਆਰ ਯੂ ਅ ਹੈਪੀ ਚਾਈਲਡ, ਆਰ ਯੂ ਅ ਸਟ੍ਰੈਸਡ ਚਾਈਲਡ, ਤੁਹਾਨੂੰ ਕੀ ਜ਼ਿਆਦਾ ਐਂਜ਼ਾਈਟੀ ਰਹਿੰਦੀ ਹੈ ਜਾਂ ਤੁਸੀਂ ਖੁਸ਼ ਰਹਿੰਦੇ ਹੋ ਜਾਂ ਈਜ਼ੀ ਗੋਇੰਗ ਹੋ। ਤੁਸੀਂ ਆਪਣੇ ਆਪ ਵਿੱਚ ਹੀ ਬਦਲਾਵ ਦੇਖੋ। ਇਹ ਸਾਰੀ ਡਿਵੈਲਪਮੈਂਟ ਜਿਹੜੀ ਹੈ ਇਹਨਾਂ ਚੀਜ਼ਾਂ ਨਾਲ ਪ੍ਰਭਾਵਿਤ ਹੁੰਦੀ ਹੈ। ਸੋ ਤੁਸੀਂ ਆਪਣੀ ਡਿਵੈਲਪਮੈਂਟ ਨੂੰ ਵੀ ਅਸੈਸ ਕਰ ਸਕਦੇ ਹੋ ਉਹਦੇ ਨਾਲ। ਦੈਨ ਪਰਸਨੈਲਿਟੀ ਡਿਵੈਲਪਮੈਂਟ, ਜੋ ਤੁਹਾਡੀ ਸ਼ਖਸੀਅਤ ਦਾ ਵਿਕਾਸ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਸੇਮ ਜੋ ਤੁਸੀਂ ਜੀਨਸ ਦੇ ਵਿੱਚ ਲਿਆ, ਜੋ ਤੁਹਾਡੇ ਪੇਰੈਂਟਸ ਜਿਸ ਤਰ੍ਹਾਂ ਦੇ ਨੇ, ਜਿਵੇਂ ਤੁਸੀਂ ਦੇਖਿਆ ਹੋਏਗਾ ਜਿਹੜੇ ਸੋਸ਼ਲ ਜਾਂ ਕੋਈ ਬੜੇ ਆਰਟਿਸਟਿਕ ਜਿਹੇ ਪੇਰੈਂਟਸ ਹੁੰਦੇ ਨੇ, ਉਹਨਾਂ ਦੇ ਬੱਚਿਆਂ ਦੇ ਵੀ ਕਿਉਂਕਿ এনवायरमेंट ਇਹੋ ਜਿਹੀ ਮਿਲਦੀ ਹੈ, ਉਹ ਸਾਰਾ ਕੁਝ ਜੀਨਸ ਦੇ ਵਿੱਚ ਹੀ ਉਹਨਾਂ ਦੇ ਆ ਜਾਂਦਾ ਹੈ। ਕਿਉਂਕਿ ਉਹ ਸਾਰਾ ਕੁਝ ਜੋ ਪੇਰੈਂਟਸ ਕਰਦੇ ਆਉਂਦੇ ਆ, ਜਿਵੇਂ ਕੰਡਕਟ ਕਰਦੇ ਆ, ਜਿੱਦਾਂ ਉੱਠਦੇ ਬੈਠਦੇ, ਖਾਣਾ ਪੀਣਾ ਸੌਣਾ, ਉਹ ਸਿਸਟਮ ਜਿਹੜਾ ਹੈ ਉਹ ਬੱਚੇ ਦੇ ਅੰਦਰ ਵੀ ਉਵੇਂ ਇਨਕਲਕੇਟ ਕਰ ਲੈਂਦਾ ਹੈ। ਕਿਉਂਕਿ ਉਹ ਦੇਖਦਾ ਹੈ, ਉਹ এনवायरमेंट ਦੇਖ ਕੇ ਬੱਚੇ ਦੇ ਉਹਨੂੰ ਵੀ ਇਹੀ ਲੱਗਦਾ ਕਿ ਇਸ ਤਰ੍ਹਾਂ ਹੀ ਲਾਈਫ ਚੱਲਦੀ ਹੈ, ਤਾਂ ਉਹ ਉਹਨੂੰ ਨੋਰਮਲਾਈਜ਼ ਕਰਕੇ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਜਾਂਦਾ ਹੈ। ਸੋ ਇਨ ਏ ਵੇ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਬਹੁਤ ਸਾਰੇ ਫੈਕਟਰਸ, ਇੰਟਰਨਲ ਅੰਦਰੂਨੀ ਐਂਡ ਐਕਸਟਰਨਲ, ਉਹ ਵੀ ਜਿਹੜੇ ਨੇ ਦੋਨੋਂ ਇਕੁਅਲੀ ਪ੍ਰਬਲ ਹੁੰਦੇ ਆ। ਬਹੁਤ ਇਹਨਾਂ ਦਾ ਰੋਲ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਸਾਡੇ ਇੰਡੀਵਿਜੂਅਲ ਡਿਫਰੈਂਸਿਸ ਆਉਂਦੇ ਆ, ਵਿਅਕਤੀਗਤ ਜਿਹੜੀਆਂ ਬਦਲਾਵ ਆਉਂਦੇ ਨੇ ਕਿ ਕਿਉਂ ਕੋਈ ਬੰਦਾ ਇੱਕਦਮ ਮੈਚੁਰ ਹੋ ਜਾਂਦਾ ਹੈ, ਕਿਸੇ ਨੂੰ ਬਹੁਤ ਟਾਈਮ ਲੱਗਦਾ ਹੈ, ਕਈਆਂ ਦਾ ਬਚਪਨ ਆ ਜਾਂਦਾ ਹੀ ਨਹੀਂ ਹੈ। ਮੈਨੂੰ ਤਾਂ ਲੱਗਦਾ ਕਿ ਮੈਂ ਹਲੇ ਵੀ ਬੱਚਾ ਹੀ ਹਾਂ, ਹੈਨਾ। ਤਾਂ ਕਈ ਲੋਕ ਹੈਗੇ ਜਿਹੜੇ ਤੁਸੀਂ ਦੇਖੋਗੇ 15-16 ਸਾਲ ਦੇ, ਤੁਹਾਨੂੰ ਇੰਨੇ ਮੈਚੁਰ ਲੱਗਦੇ ਆ। ਤੁਹਾਡੇ ਚੋਂ ਕਿੰਨੇ ਬੱਚੇ ਬਹੁਤ ਸਿਆਣੇ ਹੋਣਗੇ, ਆਈ ਡੂ ਨਾਟ ਨੋ। ਚਲੋ ਦੇਖਾਂਗੇ ਜਦੋਂ ਮਿਲਾਂਗੇ। ਦੈਨ ਡਿਵੈਲਪਮੈਂਟ ਇਨਵੋਲਵਸ ਚੇਂਜ। ਅਗਲਾ ਜਿਹੜਾ ਇਹ ਪ੍ਰਿੰਸੀਪਲ ਹੈ, ਇਹ ਕਹਿੰਦਾ ਕਿ ਡਿਵੈਲਪਮੈਂਟ ਦੇ ਵਿੱਚ ਬਦਲਾਵ ਆਏਗਾ, ਵੈਰੀ ਨੈਚੁਰਲ। ਜਦੋਂ ਆਪਾਂ ਕੋਈ ਚੀਜ਼ ਆਪਾਂ ਕਹਿੰਦੇ ਹਾਂ ਬਦਲ ਰਹੇ ਹਾਂ, ਬਦਲਣਾ ਤਾਂ ਹੈ ਹੀ ਹੈ, ਔਰ ਉਮਰ ਦੇ ਨਾਲ ਨਾਲ ਸਾਡੇ ਚ ਬਦਲਾਵ ਆਏਗਾ। ਹੁਣ ਇਹ ਚੰਗਾ ਵੀ ਆ ਸਕਦਾ ਹੈ, ਮਾੜਾ ਵੀ ਆ ਸਕਦਾ ਹੈ, ਬਟ ਇਟ ਹੈਜ਼ ਟੂ ਚੇਂਜ। ਕਿ ਜਿਸ ਤਰ੍ਹਾਂ ਗਰੋਥ ਹੈ, ਹੁੰਦੀ ਹੈ, ਹੋ ਰਹੀ ਹੈ, ਹੋ ਰਹੀ ਹੈ, ਹੋ ਰਹੀ ਹੈ, ਉਸ ਤੋਂ ਬਾਅਦ ਚ ਸਟਾਪ ਹੋ ਜਾਏਗੀ, ਪਰ ਡਿਵੈਲਪਮੈਂਟ ਤਾਂ ਹੁੰਦੀ ਜਾਏਗੀ। ਕੁਆਲਿਟੀ ਚ ਵੀ ਚੇਂਜ ਹੈ, ਕੁਆਂਟੀਟੀ ਚ ਵੀ ਚੇਂਜ ਹੈ, ਹਾਈਟ ਹੈ, ਵੇਟ ਹੈ, ਤੁਹਾਡੀ ਇੰਟੈਲੀਜੈਂਸ ਹੈ, ਤੁਹਾਡੀ ਲੈਂਗੁਏਜ ਦੇ ਵਿੱਚ ਤੁਹਾਨੂੰ ਕਿੰਨੇ ਵਰਡਸ ਆਉਂਦੇ ਹੈ, ਤੁਹਾਡੇ ਤੁਸੀਂ ਕੋਈ ਖਾਸ ਸਕਿੱਲ ਕਿਹੜਾ ਐਕਵਾਇਰ ਕੀਤਾ ਹੈ, they will keep on changing। ਔਰ ਇਹ ਬਦਲਾਵ ਦੇ ਨਾਲ ਹੀ ਸਾਡੇ ਸਰੀਰ ਦਾ ਜਿਹੜਾ ਅਗਲੀ ਜਿਹੜਾ ਵਿਕਾਸ ਹੈ ਉਹ ਵੀ ਨਾਲ ਚੇਂਜ ਹੁੰਦਾ ਜਾਏਗਾ। ਫॉर ਐਗਜ਼ਾਮਪਲ ਇਹਦੇ ਚ ਇੱਕ ਐਗਜ਼ਾਮਪਲ ਜਿਹੜੀ ਬੁੱਕ ਵਿੱਚ ਵੀ ਤੁਹਾਡੇ ਦਿੱਤੀ ਹੋਈ ਹੈ, ਦੈਟ ਇਜ਼ ਕਿ ਜਿਵੇਂ ਆਪਾਂ ਡਾਈਜੈਸਟਿਵ ਟਰੈਕ ਦੀ ਗੱਲ ਕਰੀਏ। ਡਾਈਜੈਸਟਿਵ ਟਰੈਕ ਕੀ ਹੁੰਦਾ? ਸਾਡੀ ਜਿਹੜੀ ਹਾਜ਼ਮੇ ਦੀ ਪ੍ਰਣਾਲੀ ਹੈ, ਜਿਹੜੀ ਡਾਈਜੈਸਟਿਵ ਸਿਸਟਮ, ਆਪਾਂ ਫਸਟ ਈਅਰ ਚ ਪੜਿਆ ਸੀਗਾ। ਤੇ ਉਹ ਕੀ ਹੈ? ਮਾਊਥ ਟੂ ਐਨਸ ਸਾਡਾ ਸਿਸਟਮ ਹੈ, ਐਲੀਮੈਂਟਰੀ ਕੈਨਾਲ ਇਹਨੂੰ ਕਿਹਾ ਜਾਂਦਾ ਹੈ। ਹੁਣ ਇਹਦਾ ਕੰਮ ਕੀ ਹੈਗਾ? ਜਿਸ ਤਰ੍ਹਾਂ ਜਿਵੇਂ ਛੋਟਾ ਬੱਚਾ ਹੈ, ਉਹਨੇ ਛੋਟੇ ਬੱਚੇ ਨੂੰ ਤੁਸੀਂ ਦੇਖਿਆ 6 ਮਹੀਨੇ ਦੇ ਬੱਚੇ ਨੂੰ ਉਹ ਦੁੱਧ ਪੀਂਦਾ ਹੈ, ਜਾਂ ਉਹਨੂੰ ਆਪਾਂ ਕਸਟਰਡ ਜਾਂ ਕੁਝ ਲਿਕੁਇਡ ਚੀਜ਼ਾਂ ਦਿੰਦੇ ਆ। ਕਿਉਂ ਉਹਨੂੰ ਲਿਕੁਇਡ ਦਿੰਦੇ ਆ? ਕੁਝ ਹੋਰ ਆਪਣੇ ਵਾਲੀ ਚੀਜ਼ਾਂ ਕਿਉਂ ਨਹੀਂ ਖਾਣ ਲਈ ਦਿੰਦੇ? ਕਿਉਂਕਿ ਉਹਦਾ ਜਿਹੜਾ ਪੇਟ ਹੈ ਉਹ ਬੜਾ ਛੋਟਾ ਹੈ, ਉਹਦੀ ਐਲੀਮੈਂਟਰੀ ਕੈਨਾਲ ਬੜੀ ਛੋਟੀ ਹੈ ਹਲੇ, ਤੇ ਉਹ ਇੰਨੀ ਡਿਵੈਲਪ ਨਹੀਂ ਹੋਈ ਕਿ ਉਹ ਤੁਹਾਡੇ ਵਾਂਗੂ ਬ੍ਰੈਡ ਪਕੌੜਾ ਵੀ ਖਾ ਲੇ ਤੇ ਪਾਸਤਾਸ ਵੀ ਖਾ ਲੇ ਔਰ ਚਿਕਨ ਵੀ ਖਾ ਲੇ, ਉਹ ਨਹੀਂ ਖਾ ਪਾਏਗਾ। ਕਿਉਂਕਿ ਉਹਦੀ ਜਿਹੜੀ ਇੰਟੈਸਟਾਈਨ ਆ ਉਹ ਹਲੇ ਉਨੀ ਡਿਵੈਲਪ ਨਹੀਂ ਹੋਈ ਹੈ, ਤਿਆਰ ਨਹੀਂ ਹੋਈ ਹੈ, ਉਹਦਾ ਵਿਕਾਸ ਨਹੀਂ ਹੋਇਆ ਹੈ। ਜਿਸ ਤਰ੍ਹਾਂ ਹੀ ਉਹਦਾ ਸਾਈਜ਼ ਵਧੇਗਾ, ਬੱਚਾ ਵੱਡਾ ਹੋ ਰਿਹਾ ਹੈ, ਉਹਦੀ ਐਲੀਮੈਂਟਰੀ ਕੈਨਾਲ ਦਾ ਵੀ ਸਾਈਜ਼ ਵਧੇਗਾ, ਉਹ ਡਿਵੈਲਪ ਹੋਏਗੀ। ਔਰ ਡਿਵੈਲਪ ਹੋਏਗੀ ਤਾਂ ਫਿਰ ਉਹ ਤੁਸੀਂ ਜੋ ਕੰਕੜ ਪੱਥਰ ਬਾਹਰ ਚ ਭਾਵੇਂ ਕੋਈ ਪੀਜ਼ਾ ਖਾਓ, 버ਗਰ ਖਾਓ, ਨੂਡਲਸ ਖਾਓ, ਉਹ ਬੱਚਾ ਫਿਰ ਉਹ ਵੀ ਹਜ਼ਮ ਕਰ ਸਕੇਗਾ, ਕਿਉਂਕਿ ਉਹਦੇ ਕੋਲ ਉਹ ਕਪੈਸਿਟੀ ਆ ਜਾਏਗੀ। ਸੋ ਡਿਵੈਲਪਮੈਂਟ ਇਟ ਵਿਲ ਇਨਵੋਲਵ ਚੇਂਜ। ਕਿਹੜੀ ਕਿ ਚੇਂਜ ਆਏਗੀ? ਕੁਆਲਿਟੇਟਿਵ ਵੀ, ਕੁਆਂਟੀਟੇਟਿਵ ਵੀ। ਕੁਆਂਟੀਟੇਟਿਵ ਚੇਂਜ ਕੀ ਆਏਗੀ ਕਿ ਉਹਦਾ ਸਾਈਜ਼ ਵੱਧ ਗਿਆ ਹੈ, ਉਹਦੀ ਕਪੈਸਿਟੀ ਵੱਧ ਗਈ ਹੈ ਕੁਝ ਵੀ ਕਰਨ ਦੀ। ਔਰ ਕੁਆਲਿਟੇਟਿਵ ਕੀ ਹੋਏਗਾ? ਉਹਦੇ ਚੇਂਜ ਕੀ ਹੋਏਗੀ ਕਿ ਉਹ ਜ਼ਿਆਦਾ ਪ੍ਰਬਲ ਹੋ ਗਈ ਹੈ, ਐਡਵਾਂਸ ਹੋ ਗਿਆ। ਤੁਸੀਂ ਪੁੱਠਾ ਸਿੱਧਾ ਵੀ ਕੁਝ ਖਾਓਗੇ ਤਾਂ ਉਹ ਐਬਜ਼ੌਰਬ ਕਰਨ ਦੀ ਉਹਦੇ ਚ ਸ਼ਕਤੀ ਹੈ। then early development is more critical than later development। ਇਹ ਜਿਹੜਾ ਪਿਛਲੇ ਸਾਲ ਦਾ ਸੀ ਨੈਸ਼ਨਲ ਨਿਊਟ੍ਰੀਸ਼ਨ ਮੰਥ ਮਨਾਇਆ ਸੀ ਨਾ, ਉਹਦੇ ਵਿੱਚ ਸੀਗਾ ਕਿ ਨਿਊਟ੍ਰੀਸ਼ਨ ਕੇਅਰ ਡਿਊਰਿੰਗ ਫਸਟ 1000 ਡੇਜ਼ ਆਫ ਦਾ ਲਾਈਫ, ਕਿ ਜਦੋਂ ਸਾਡੀ ਜ਼ਿੰਦਗੀ ਦੇ ਪਹਿਲੇ 1000 ਦਿਨ ਹੈ, ਇਹ ਬਹੁਤ ਜ਼ਿਆਦਾ ਕ੍ਰੂਸ਼ੀਅਲ ਹੈ। ਸਾਡੀ ਪੂਰੀ ਲਾਈਫ ਅੱਜ ਤੱਕ ਜੇ ਜੋ ਸਾਡੀ ਅਸੀਂ ਦਿਖ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ,
जो साडा कंडीशन है बॉडी दी हेल्थ दी ਉਹਦੇ ਚ ਪਹਿਲੇ 1000 ਦਿਨ ਬੜੇ ਇੰਪੋਰਟੈਂਟ ਹੈ। ਪਹਿਲੇ 1000 ਦਿਨ ਹੁਣ ਕੀ ਹੈਗੇ ਨੇ, ਉਹ ਸਟਾਰਟ ਹੁੰਦੇ 9 ਮੰਥਸ ਜਦੋਂ ਆਪਾਂ ਮੰਮਾ ਦੇ ਪੇਟ ਦੇ ਅੰਦਰ ਸੀਗੇ। ਉਸ ਤੋਂ ਬਾਅਦ ਦੇ ਵਿੱਚ 2 ਸਾਲ ਦੀ ਸਾਡੀ ਜਦੋਂ ਤੱਕ ਸਾਡੀ ਉਮਰ ਹੋ ਜਾਂਦੀ ਹੈ 365 ਡੇਜ਼ ਹੋ ਗਏ ਨਾ। ਏਦਾਂ ਕਰਦਿਆਂ ਹੋਇਆ ਤੁਸੀਂ ਦੇਖੋ 365 ਡੇਜ਼ ਕਰਦਿਆਂ ਹੋਇਆ 1000 ਡੇਜ਼ ਬਣ ਜਾਂਦੇ ਨੇ। 9 ਮੰਥਸ ਆਪਣੇ ਪਹਿਲੇ ਵਾਲੇ ਜਦੋਂ ਅਸੀਂ ਮੰਮਾ ਦੇ ਅੰਦਰ ਸੀਗੇ, ਉਸ ਤੋਂ ਬਾਅਦ 2 ਇਅਰਸ ਦੀ ਸਾਡੀ ਏਜ। ਤਾਂ 1000 ਡੇਜ਼ ਜਿਹੜੇ ਦੇ ਆਰ ਵੈਰੀ ਕ੍ਰੂਸ਼ੀਅਲ, ਕਿਉਂਕਿ ਉਸ ਟਾਈਮ ਦੇ ਉੱਤੇ ਸਾਡੇ ਸਰੀਰ ਦੇ ਨਵੇਂ-ਨਵੇਂ ਸੈਲਸ ਬਣ ਰਹੇ ਹੈ। ਸਾਡਾ ਆਰਗਨਸ ਹੀ ਜਿਹੜੇ ਨੇ ਸ਼ੁਰੂਆਤੀ ਜਿੰਨਾ ਬੇਅਰ ਮਿਨੀਮਮ ਜ਼ਰੂਰਤ ਹੈ, ਘੱਟੋ ਘੱਟ ਜਿੰਨੀ ਜ਼ਰੂਰਤ ਹੈ, ਕਿੰਨੇ ਸੈੱਲ ਚਾਹੀਦੇ ਹੈ, ਕਿੰਨਾ ਉਹਦਾ ਸਾਈਜ਼ ਚਾਹੀਦਾ ਹੈ, ਕਿੰਨੀ ਉਹਦੀ ਕਪੈਸਿਟੀ ਵਧਣੀ ਹੈ। ਤਾਂ ਜੇ ਉਹ ਨੰਬਰ ਆਫ ਸੈਲਸ ਉਸ ਟਾਈਮ ਤੱਕ ਉਨੇ ਨਹੀਂ ਬਣ ਸਕੇ, ਆਪਾਂ 1000 ਡੇਜ਼ ਤੱਕ ਉਹਦੀ ਪੂਰੀ ਤਰ੍ਹਾਂ ਨਾਲ ਡਿਵੈਲਪਮੈਂਟ ਦਾ ਬੱਚੇ ਦਾ ਨਹੀਂ ਧਿਆਨ ਰੱਖ ਪਾਏ, ਤਾਂ ਉਹ ਕੀ ਹੋਏਗਾ, ਉਸ ਤੋਂ ਬਾਅਦ ਪਰਮਾਨੈਂਟ ਡੈਮੇਜ ਹੋ ਜਾਏਗਾ, ਕਿਉਂਕਿ ਨੀਂਹ ਖਰਾਬ ਹੋਗੀ ਬਿਲਡਿੰਗ ਦੀ। So that is why it is said early development is critical than later development. फिर आंदा हैगा there are specific periods in development pattern। ਹੁਣ ਇਹ ਸਪੈਸਿਫਿਕ ਪੀਰੀਅਡਸ ਦੀ ਆਪਾਂ ਕੀ ਗੱਲ ਕਰਦੇ ਹਾਂ ਕਿ ਜਿਹੜਾ ਡਿਵੈਲਪਮੈਂਟ ਦਾ ਪੈਟਰਨ ਚੱਲ ਰਿਹਾ, ਜਿਵੇਂ ਆਪਾਂ ਸਾਰੇ ਡਿਵੈਲਪ ਕਰ ਰਹੇ ਹਾਂ, ਉਹਦੇ ਵਿੱਚ ਕੁਝ ਖਾਸ ਅਸੀਂ ਅਵਧੀ ਮਤਲਬ ਪੀਰੀਅਡਸ ਇਸ ਤਰ੍ਹਾਂ ਪਾਉਂਦੇ ਹਾਂ। ਜਿਵੇਂ ਤੁਹਾਡਾ ਇੰਗਲਿਸ਼ ਦਾ ਪੀਰੀਅਡ ਲੱਗ ਰਿਹਾ, ਸਾਇੰਸ ਦਾ ਲੱਗ ਰਿਹਾ, ਕੁਝ ਹੋਰ ਲੱਗ ਰਿਹਾ, ਜਿਹਦੇ ਵਿੱਚ ਤੁਹਾਡਾ ਖਾਸੀਅਤ ਵਿਸ਼ੇਸ਼ ਕੁਝ ਚੇਂਜਸ ਆਉਂਦੀਆਂ ਨੇ। ਅਸੀਂ ਆਪਣੇ ਸਮਝਣ ਵਾਸਤੇ, ਆਸਾਨੀ ਵਾਸਤੇ ਅਸੀਂ ਇਹਨਾਂ ਨੂੰ ਪੀਰੀਅਡਸ ਨੂੰ ਨੇਮ ਕੀਤਾ ਹੋਇਆ, ਉਹਦਾ ਨਾਮ ਦਿੱਤੇ ਹੋਏ ਨੇ। ਫॉर ਐਗਜ਼ਾਮਪਲ ਅਸੀਂ ਕਹਿੰਦੇ ਹਾਂ ਪ੍ਰੀਨੇਟਲ ਪੀਰੀਅਡ। ਪ੍ਰੀਨੇਟਲ ਪੀਰੀਅਡ ਕੀ ਹੁੰਦਾ ਹੈ ਕਿ ਸਾਡੇ ਜਨਮ ਤੋਂ ਪਹਿਲੇ ਦਾ ਵਿਕਾਸ ਜਿਹੜਾ ਹੈ, ਪ੍ਰੀਨੇਟਲ ਪੀਰੀਅਡ ਦੀ ਡਿਵੈਲਪਮੈਂਟ ਜਿਹੜੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਫਸਟ 1000 ਡੇਜ਼ ਦੀ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਸੋ ਪ੍ਰੀਨੇਟਲ ਪੀਰੀਅਡ, ਦੈਨ ਇਨਫੈਂਸੀ। ਇਨਫੈਂਸੀ ਹੁੰਦੀ 1 ਸਾਲ ਤੱਕ ਦਾ ਬੱਚਾ ਜਿਹੜਾ ਇਨਫੈਂਟ ਜਦੋਂ ਪੈਦਾ ਹੋ ਗਿਆ, ਜਿਸ ਦਿਨ ਤੋਂ ਪੈਦਾ ਹੋਇਆ ਉਸ 1 ਸਾਲ ਤੱਕ ਦਾ ਜਦੋਂ ਬੇਬੀ ਹੋਇਆ, ਉਹਨੂੰ ਆਪਾਂ ਕਹਿੰਦੇ ਇਨਫੈਂਟ। ਫਿਰ ਆਉਂਦੇ ਬੇਬੀਹੁੱਡ। ਬੇਬੀਹੁੱਡ ਹੁੰਦੇ ਹੈਗੇ ਜਿਹੜੇ ਪ੍ਰੀ ਸਕੂਲਰਸ ਟਾਈਪ ਦਾ, ਜਿਸ ਤਰ੍ਹਾਂ ਇਹ 1 ਸਾਲ ਤੋਂ ਉੱਪਰ ਦੇ ਹੋ ਗਏ ਜਦੋਂ ਤੱਕ ਉਹ ਸਕੂਲ ਨਹੀਂ ਜਾਏਗਾ। ਫਿਰ ਉਦੋਂ ਬਾਅਦ ਸਕੂਲ ਜਾਣ ਦੀ ਏਜ ਹੋ ਗਈ, 4-5 ਦੇ ਵਿੱਚ ਆ ਗਿਆ, ਤੇ ਉਸ ਤੋਂ ਬਾਅਦ ਚਾਈਲਡਹੁੱਡ ਚਲਦੀ ਜਾਏਗੀ। ਔਰ ਇਹ ਕਦੋਂ ਤੱਕ ਫਿਰ ਅਸੀਂ ਕਰਾਂਗੇ, ਉਹ ਚਲਦੀ ਜਾਏਗੀ ਜਦੋਂ ਤੱਕ ਬੱਚਾ ਟੀਨੇਜ ਵਿੱਚ ਨਹੀਂ ਚਲਾ ਜਾਂਦਾ। ਸੋ ਇਨ ਵੇ ਟੀਨ, ਜਦੋਂ ਚ ਆਪਾਂ 13 14 ਜਦੋਂ ਏਜ ਹੁੰਦੀ ਹੈ, ਉਹਨੂੰ ਆਪਾਂ ਟੀਨੇਜ ਕਹਿੰਦੇ ਆ। ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ 10 ਇਅਰਸ ਅਬਵ, 10 ਸਾਲ ਤੋਂ 18 ਸਾਲ ਤੱਕ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਉਹ ਅਡੋਲਸੈਂਟਸ ਮੰਨਦੀ ਹੈ। ਬਟ ਅਦਰਵਾਈਜ਼ ਆਪਾਂ ਜਿਹੜੀਆਂ ਮੇਜਰ ਚੇਂਜਸ ਅਸੀਂ ਦੇਖਦੇ ਹਾਂ ਉਹ ਟੀਨ ਏਜ ਦੇ ਉੱਤੇ ਦੇਖਦੇ ਹਾਂ, ਤਾਂ ਦੈਟ ਮੀਨਸ 12-13 ਸਾਲ ਦੇ ਬੱਚਿਆਂ 'ਚ ਚੇਂਜਸ ਆਉਂਦੀਆਂ ਨੇ। ਪਰ ਦੇ ਡੂ ਚੇਂਜ, ਕਿਉਂਕਿ ਇੰਡੀਵਿਜੂਅਲ ਡਿਫਰੈਂਸਿਸ ਨੇ, ਡਿਪੈਂਡ ਕਰਦਾ ਬੱਚੇ ਦੀ ਹੈਲਥ ਦੀ ਕੰਡੀਸ਼ਨ ਕੈਸੀ ਹੈ, এনवायरमेंट ਕਿਸ ਤਰ੍ਹਾਂ ਦੀ ਹੈ, ਉਹਦੇ ਨਾਲ ਬਦਲਾਵ ਜਿਹੜੇ ਨੇ 1-2 ਸਾਲ ਪਹਿਲੇ ਮਾਈਲਸਟੋਨਸ ਬੱਚੇ ਦੇ ਚੇਂਜ ਹੋ ਜਾਂਦੇ। So there are specific periods in the development pattern. Then next principle is there are social expectations for every development period। ਹੁਣ ਜਦੋਂ ਅਸੀਂ ਡਿਵੈਲਪਮੈਂਟ ਪੀਰੀਅਡ ਦੀ ਗੱਲ ਕੀਤੀ, ਜਿਵੇਂ ਕਿ ਪ੍ਰੀਨੇਟਲ ਡਿਵੈਲਪਮੈਂਟ, ਜਿਵੇਂ ਕਿ ਬੇਬੀਹੁੱਡ, ਜਿਵੇਂ ਕਿ ਐਡੋਲਸੈਂਟ, ਹਰ ਇੱਕ ਡਿਵੈਲਪਮੈਂਟ ਪੀਰੀਅਡ ਦੇ ਨਾਲ ਕੋਈ ਨਾ ਕੋਈ ਸਮਾਜਿਕ ਜਿਹੜੀਆਂ ਐਕਸਪੈਕਟੇਸ਼ਨਸ, ਜੋ ਉਮੀਦਾਂ ਨੇ, ਉਹ ਜੁੜੀਆਂ ਹੋਈਆਂ ਨੇ। ਹੁਣ ਇਹ ਵਾਲੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ, ਕੀ ਚੀਜ਼ਾਂ ਜੁੜੀਆਂ ਹੋਈਆਂ ਨੇ, ਇਹ ਤੁਹਾਡੀ ਜਿਹੜੀ ਸੁਸਾਇਟੀ ਹੈ, ਜੋ ਤੁਹਾਡਾ ਕਲਚਰ ਹੈ ਨਾ, ਇਹ ਤੁਹਾਡੇ ਬਿਹੇਵੀਅਰ ਨੂੰ ਅਫੈਕਟ ਕਰਦਾ ਹੈ। ਇਹ ਤੁਹਾਡੇ ਡਿਵੈਲਪਮੈਂਟ ਪੀਰੀਅਡ ਵਿੱਚ ਜਿਹੜੀਆਂ ਚੀਜ਼ਾਂ ਤੁਹਾਡਾ ਸਮਾਜ ਹੈ, ਜੋ ਤੁਹਾਡੀ ਫੈਮਿਲੀ ਹੈ, ਜੋ ਤੁਹਾਡੀ ਕਮਿਊਨਿਟੀ ਹੈ, ਉਹ ਸੋਚਦੀ ਹੈ ਨਾ ਕਿ ਉਹਨੂੰ ਇਹ ਵਾਲੀ ਚੀਜ਼ ਤਾਂ ਆ ਜਾਣੀ ਚਾਹੀਦੀ ਹੈ। ਫॉर ਐਗਜ਼ਾਮਪਲ ਜਿਵੇਂ ਕਿ ਕੁਝ ਤਾਂ ਫਿਜ਼ੀਕਲ ਡਿਵੈਲਪਮੈਂਟ ਦੇ ਹਿਸਾਬ ਦੇ ਨਾਲ ਉਮੀਦਾਂ ਹੁੰਦੀਆਂ ਨੇ। ਜਿਵੇਂ ਆਪਾਂ ਕਹਿੰਦੇ ਨਾ ਕਿ 1.25 ਸਾਲ ਦਾ ਬੱਚਾ ਹੋ ਗਿਆ ਤੇ ਫਿਰ ਇਹ ਚੱਲਣਾ ਤਾਂ ਚਾਹੀਦਾ ਹੈ। ਜੇ ਬੱਚਾ ਚੱਲਦਾ ਹੀ ਉਹ ਰਿੜੀ ਜਾ ਰਿਹਾ ਹੈਗਾ, ਉਹ ਚੱਲਦਾ ਨਹੀਂ ਪਿਆ, ਤਾਂ ਆਪਾਂ ਕਹਿੰਦੇ ਕਿ ਨਹੀਂ ਬਈ ਇਹਨੂੰ ਕੁਝ ਪ੍ਰੋਬਲਮ ਨਹੀਂ, ਤੇਰੇ ਲੱਤਾਂ ਲੁੱਤਾਂ ਦੇਖੋ ਸਟਰੋਂਗ, ਮਾਲਿਸ਼ ਕਰੋ ਤਾਂ ਕਿ ਇਹ ਬੱਚਾ ਚੱਲਣ ਜੋਗਾ ਹੋਵੇ। 1.25 ਸਾਲ ਦਾ ਹੋ ਗਿਆ, ਬੱਚਾ ਖੜਾ ਨਹੀਂ ਹੋ ਰਿਹਾ, ਇੰਜ ਨਹੀਂ ਹੋ ਰਿਹਾ। ਤੇ ਇਸ ਤਰ੍ਹਾਂ ਹੀ ਜੇ ਬੱਚਾ ਬਹੁਤ ਦੇਰ ਤੱਕ ਬੋਲਦਾ ਨਹੀਂ ਹੈ, ਤਾਂ ਆਪਾਂ ਨੂੰ ਹੁੰਦਾ ਕਿ ਕੀ ਗੱਲ, ਹੂੰ ਹੀ ਕਰੀ ਜਾਂਦਾ, ਗੂੰਗਾ ਜਿਹਾ, ਬੋਲ, ਹਨਾ। ਤੇ ਇਹਦੀ ਆਪਾਂ ਨੂੰ ਦੇਖਣਾ ਚਾਹੀਦਾ। ਸੋ ਫਿਜ਼ੀਕਲ ਡਿਵੈਲਪਮੈਂਟ ਜਿਹੜੀ ਹੈ, ਉਹ ਸਾਡੀਆਂ ਉਮੀਦਾਂ ਹੁੰਦੀਆਂ ਕਿ ਇੰਨੀ ਦੇਰ ਦਾ ਬੱਚਾ ਹੈ, ਇਹਦੇ 'ਚ ਇਹ ਬਦਲਾਵ ਆ ਜਾਣੇ ਚਾਹੀਦੇ ਆ। ਇਹ ਆਪਾਂ ਆਪਣੇ ਸਿਲੇਬਸ ਦੇ ਵਿੱਚ ਹੀ ਹੈਗਾ, ਆਪਾਂ ਅੱਗੇ ਪੜਾਂਗੇ। ਫਿਰ ਕੁਝ ਐਸੇ ਕਲਚਰਲ ਪ੍ਰੈਸ਼ਰਸ ਹੁੰਦੇ ਆ ਜੋ ਸਾਡਾ ਆਲਾ ਦੁਆਲਾ ਜਿਹੜਾ ਸਾਡੇ ਤੋਂ ਉਮੀਦਾਂ ਰੱਖਦਾ ਹੈ। ਜਿਵੇਂ ਫॉर ਐਗਜ਼ਾਮਪਲ ਕੁੜੀਆਂ, ਉਹਨਾਂ ਨੂੰ ਕਿਚਨ ਦਾ ਕੰਮ ਆਉਣਾ ਚਾਹੀਦਾ। ਮੁੰਡੇ ਹੈ, ਉਹਨਾਂ ਨੂੰ ਜਿਹੜਾ ਮੁੰਡਿਆਂ ਵਾਲੇ ਸਾਰੇ ਕੰਮ ਬਾਹਰ ਦੇ, ਜੇ ਘਰ ਦੇ ਵਿੱਚ 2 ਸੂਟਕੇਸ ਪਏ ਆ, ਕਿਤੇ ਚੁੱਕਣੇ ਆ ਜਾਂ ਕੁਝ ਉਤਾਰਨਾ, ਆਪਾਂ ਲੜਕੇ ਨੂੰ ਆਵਾਜ਼ ਮਾਰਦੇ, ਆਈ ਬਈ ਆਹ ਕੰਮ ਕਰਦੇ, ਭਾਰੀ ਚੀਜ਼ ਚੁੱਕਣੀ ਹੈ, ਸਿਲੰਡਰ ਬਦਲਣਾ, ਆਈ ਬਈ। ਆਪਾਂ ਮੁੰਡੇ ਤੋਂ ਉਮੀਦ ਕਰਦੇ ਹਾਂ। ਤੇ ਜੇ ਘਰ ਦੇ ਵਿੱਚ ਕੋਈ ਗੈਸਟ ਆਇਆ ਤਾਂ ਆਪਾਂ ਕਹਾਂਗੇ, ਬੇਟੀ ਗੁੜੀਆ ਆਈ ਬੇਟੇ ਪਾਣੀ ਪਿਲਾ ਦੇ, ਚਾਹ ਪਿਲਾ ਦੇ ਪਲੀਜ਼। ਆਪਾਂ ਜੈਂਡਰ ਸਪੈਸਿਫਿਕ ਰੋਲ ਆਪਾਂ ਬਣਾਏ ਹੋਏ ਨੇ ਕਿ ਆਹ ਕੰਮ ਕਿਚਨ ਦਾ ਕੰਮ ਮੰਮਾ ਹੀ ਕਰੇਗੀ, ਪਾਪਾ ਨਹੀਂ ਕਰਨਗੇ। ਸੋ ਇਹ ਜੈਂਡਰ ਸਪੈਸਿਫਿਕ
these things are changing, but ਇਹ ਤੁਹਾਡੇ ਜਿਹੜੇ ਕਲਚਰ ਹੈ ਇਹਦਾ ਬੜਾ ਪ੍ਰਭਾਵ ਹੁੰਦਾ ਹੈ ਕਿ ਤੁਹਾਡੇ ਇਸ ਡਿਵੈਲਪਮੈਂਟ, ਹਰ ਇੱਕ ਡਿਵੈਲਪਮੈਂਟ ਪੀਰੀਅਡ ਤੋਂ ਉਹਦੇ ਤੋਂ ਕੁਝ ਉਮੀਦਾਂ ਹੁੰਦੀਆਂ। ਫਿਰ ਕਹਿੰਦੇ ਇੰਨੀ ਵੱਡੀ ਹੋ ਗਈ ਇਹਨੂੰ ਚਾਹ ਨਹੀਂ ਬਣਾਉਣੀ ਆਈ, ਇੰਨੀ ਵੱਡੀ ਹੋ ਗਈ ਇਹਨੂੰ ਰਾਈਸ ਨਹੀਂ ਬਣਾਉਣੇ ਆਏ, ਹਨਾ। तो ਇਹ ਵਾਲੀਆਂ ਚੀਜ਼ਾਂ ਨੇ, ਦੇ ਆਰ ਸੋਸ਼ਲ ਐਕਸਪੈਕਟੇਸ਼ਨਸ ਹੁੰਦੀਆਂ ਨੇ। ਸੋ ਬਟ ਜੇ ਆਪਾਂ ਡਿਵੈਲਪਮੈਂਟਲ ਟਾਸਕ ਕਹੀਏ ਵੀ ਕਿੰਨੀ ਦੇਰ ਦੇ ਬੱਚੇ ਦੇ ਦੰਦ ਆਣੇ ਚਾਹੀਦੇ ਆ, ਕਿੰਨੀ ਦੇਰ ਦਾ ਬੱਚਾ ਕੀ ਕਰ ਲੇਗਾ, ਇਹ ਸਾਰੀ ਚੀਜ਼ਾਂ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਸੇਮ ਉਵੇਂ ਪੀੜ੍ਹੀ ਦਰ ਪੀੜ੍ਹੀ ਉਹੀ ਚੱਲਦੀਆਂ ਜਾਂਦੀਆਂ। ਨੈਕਸਟ ਇਜ਼ ਐਵਰੀ ਏਰੀਆ ਆਫ ਡਿਵੈਲਪਮੈਂਟ ਹੈਜ਼ ਪੋਟੈਂਸ਼ੀਅਲ ਹੈਜ਼ਰਡਸ। ਕਿਉਂਕਿ ਇਹਦਾ ਮਤਲਬ ਕੀ ਹੈ ਕਿ ਹਰ ਇੱਕ ਏਰੀਆ ਜਿਹੜੀ ਆਪਾਂ ਗੱਲ ਕੀਤੀ ਹੈ ਡਿਵੈਲਪਮੈਂਟ ਦੀ, ਚਾਹੇ ਉਹ ਫਿਜ਼ੀਕਲ ਡਿਵੈਲਪਮੈਂਟ ਹੈ, ਚਾਹੇ ਮੈਂਟਲ ਡਿਵੈਲਪਮੈਂਟ ਹੈ, ਚਾਹੇ ਸੋਸ਼ਲ ਡਿਵੈਲਪਮੈਂਟ ਹੈ, ਹਰ ਇੱਕ ਦੇ ਹੈਜ਼ਰਡਸ। ਹੈਜ਼ਰਡਸ मतलब नुकसान भी है, जे फायदे हैं तो नुकसान भी है, क्योंकि अपनी ਜਿਹੜੀ ਡਿਵੈਲਪਮੈਂਟ ਹੈ ਉਹਨੂੰ ਪ੍ਰਭਾਵਿਤ ਕਰਨ ਵਾਲੇ ਦੋ ਤਰ੍ਹਾਂ ਦੇ ਫੈਕਟਰਸ ਹੁੰਦੇ ਆ ਜਿਹੜੇ ਬੇਸਿਕਲੀ। ਇੱਕ ਹੁੰਦੇ ਅੰਦਰੂਨੀ ਜੋ ਸਾਡੇ ਅੰਦਰ ਹੀ ਹੈ, ਜਿਵੇਂ ਸਾਡੀ ਹੈਲਥ, ਜਿਵੇਂ ਸਾਡੀ ਸੋਚਣ ਸ਼ਕਤੀ, ਜਿਵੇਂ ਸਾਡੀ ਇਮੋਸ਼ਨਲ ਡਿਵੈਲਪਮੈਂਟ, ਅਸੀਂ ਕਿਸੇ ਵੀ ਕੰਡੀਸ਼ਨ ਨੂੰ ਕਿਵੇਂ ਦੇਖਦੇ ਹਾਂ, ਸਾਡਾ ਪਰਸਪੈਕਟਿਵ। ਇੱਕ ਚੀਜ਼ ਤਾਂ ਇਹ ਹੁੰਦੀ ਹੈ। ਦੂਸਰੀ ਚੀਜ਼ ਕੀ ਹੁੰਦੀ ਹੈ ਐਕਸਟਰਨਲ, ਸਾਨੂੰ ਕਿਵੇਂ ਦਾ এনवायरमेंट, ਆਲਾ ਦੁਆਲਾ ਸਾਡਾ ਕਿਵੇਂ ਦਾ, ਸਾਡੇ ਪੇਰੈਂਟਸ ਦੀ ਸਾਨੂੰ ਕਿੰਨੀ ਸਪੋਰਟ ਹੈ, ਸਾਡੇ ਸਿਬਲਿੰਗਸ ਭੈਣ ਭਰਾ ਦੀ ਸਪੋਰਟ ਕੈਸੀ ਹੈ ਨਾ, ਸਾਡਾ ਫਰੈਂਡ ਸਰਕਲ कैसा है, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪ੍ਰਭਾਵਿਤ ਕਰਦੀਆਂ। ਫਿਰ ਔਰ ਜਿਹੜੇ ਬੱਚੇ ਜਦੋਂ ਇਹ ਡਿਵੈਲਪਮੈਂਟ ਦਾ ਆਪਾਂ ਪੈਟਰਨ ਦੇਖ ਰਹੇ ਹਾਂ ਜਿਸ ਤਰ੍ਹਾਂ ਚੱਲਦਾ ਹੈ, ਜਦੋਂ ਇੱਕ ਇਹ ਫੈਕਟਰਸ ਕਈ ਹੁੰਦੇ ਆ ਜਦੋਂ ਇਹਨਾਂ ਚੋਂ ਕੋਈ ਅੱਛਾ ਫੈਕਟਰ ਨਹੀਂ ਹੈ, ਜਿਹੜਾ ਮਤਲਬ ਹੈਲਪ ਨਹੀਂ ਕਰ ਰਿਹਾ ਬੱਚੇ ਨੂੰ, ਤਾਂ ਉਹ ਕੀ ਕਰੇਗਾ, ਬੱਚੇ ਨੂੰ ਮੈਲ ਐਡਜਸਟਮੈਂਟ ਉਹਦੀ ਕਰ ਦੇਗਾ। ਮਤਲਬ ਬੱਚਾ ਵਧੀਆ ਤਰੀਕੇ ਦੇ ਨਾਲ ਐਡਜਸਟ ਨਹੀਂ ਹੋ ਪਾਉਂਦਾ। ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਜਿਹੜਾ ਟੀਨੇਜ ਵਾਲਾ ਬੱਚਾ ਹੁੰਦਾ ਨਾ, ਉਹਦੇ ਚ ਜੇ ਉਹ ਵੱਡੇ ਕੋਈ ਪੈਰੈਂਟਸ ਦੀਆਂ ਕੁਝ ਹੋਰ ਰਿਸ਼ਤੇਦਾਰ ਬੈਠੇ ਹੁੰਦੇ, ਬੱਚਾ ਵੀ ਜਾ ਕੇ ਬੈਠਦਾ ਤਾਂ ਉਹ ਕਹਿੰਦੇ ਕਿ ਨਹੀਂ, ਵੱਡਿਆਂ ਦੀਆਂ ਗੱਲਾਂ ਨਹੀਂ ਸੁਣੀਦੀਆਂ, ਤੁਸੀਂ ਜਾਓ ਆਪਣਾ ਖੇਲ ਲਓ। ਉਹ ਬੱਚਾ ਜਿਹੜਾ ਹੈਗਾ ਉਹ ਜਾਂਦਾ ਬੱਚਿਆਂ ਦੇ ਵਿੱਚ ਖੇਲਦਾ ਤੇ ਉਹ ਕਹਿੰਦੇ ਐਡਾ ਵੱਡਾ ਹੋ ਗਿਆ ਬੱਚਿਆਂ ਦੀਆਂ ਗੇਮਸ ਖੇਲੀ ਜਾ ਰਿਹਾ। ਬੱਚੇ ਨੂੰ ਸਮਝ ਹੀ ਨਹੀਂ ਆਉਂਦਾ, ਆਈਡੈਂਟੀਟੀ ਕ੍ਰਾਈਸਿਸ ਆ ਜਾਂਦਾ ਕਿ ਕੀ ਮੈਂ ਬੱਚਾ ਕਿ ਕੀ ਮੈਂ ਵੱਡਾ। ਜੇ ਬੱਚਾ ਕੁਝ ਬੋਲਦਾ ਹੈ, ਮੰਮੀ ਪਾਪਾ ਜਵਾਬ ਦਿੰਦਾ ਤੂੰ ਇੰਨਾ ਵੱਡਾ ਨਹੀਂ ਹੋ ਗਿਆ, ਕਿਉਂ ਬੋਲੀ ਜਾ ਰਿਹਾ, ਚੁੱਪ ਰਹਿ, ਬੱਚਾ ਬੱਚਾ ਨਹੀਂ ਹੈ। ਤੇ ਜੇ ਉਹ ਕੁਝ ਗਲਤੀ ਕਰਦਾ ਫਿਰ ਕਹਿੰਗੇ ਤੂੰ ਇੰਨਾ ਛੋਟਾ ਹੈ, ਤੈਨੂੰ ਇੰਨਾ ਨਹੀਂ ਸਮਝ ਆ ਰਹੀ। ਉਹ ਵਿਚਾਰੇ ਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਐਡਲਟ ਆ ਕਿ ਮੈਂ ਛੋਟਾ ਬੱਚਾ, ਤੋਂ ਕਨਫਿਊਜ਼ਨ ਚ ਹੀ ਬੱਚੇ ਰਹਿ ਜਾਂਦੇ ਨੇ। ਸੋ ਇਹ ਪੋਟੈਂਸ਼ੀਅਲ ਹੈਜ਼ਰਡਸ ਹੁੰਦੇ ਆ, ਹਰ ਇੱਕ ਇਹ ਡਿਵੈਲਪਮੈਂਟ ਪੈਟਰਨ ਦੇ ਹੁੰਦੇ ਆ ਕਿ ਤੁਸੀਂ ਜੇ ਉਹਦੇ ਵਿੱਚ ਆਪਣੇ ਆਪ ਨੂੰ ਫਿਟ ਨਹੀਂ ਕਰ ਪਾਏ ਤਾਂ ਕੀ ਹੋਏਗਾ, ਜਿਹੜੇ ਬੱਚੇ ਨਹੀਂ ਕਰ ਪਾਉਂਦੇ ਉਹਨਾਂ 'ਚ ਐਡਜਸਟਮੈਂਟ ਦੀਆਂ ਪ੍ਰੋਬਲਮਸ ਆਉਂਦੀਆਂ, ਉਹ ਬੱਚੇ ਸ਼ਾਏ ਹੋ ਜਾਂਦੇ ਆ, ਸਭ ਦੇ ਨਾਲ ਘੁਲਦੇ ਮਿਲਦੇ ਨਹੀਂ ਹੈ ਨਾ, ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹਨਾਂ ਵਧੀਆ ਨਹੀਂ ਰਹਿ ਜਾਂਦਾ, ਉਹ ਸਟ੍ਰੈਸ ਵਿੱਚ ਬੱਚੇ ਆ ਜਾਂਦੇ ਆ। ਸੋ ਇਹ ਇੱਕ ਇੰਪੋਰਟੈਂਟ ਪ੍ਰਿੰਸੀਪਲ ਹੈ ਜਿਹੜਾ ਆਪਾਂ ਸਭ ਨੂੰ ਪਤਾ ਹੋਣਾ ਚਾਹੀਦਾ, ਤੁਸੀਂ ਵੀ ਇਹਨੂੰ ਐਨਾਲਾਈਜ਼ ਕਰ ਸਕਦੇ ਹੋ। then development has foundation of heredity and environment। ਹੁਣ ਜਿਹੜਾ ਆਪਾਂ ਗੱਲ ਕੀਤੀ ਹੈ ਕਿ ਡਿਵੈਲਪਮੈਂਟ ਕੰਟੀਨਿਊਅਸ ਹੈ, ਹੁੰਦੀ ਰਹਿਣੀ ਹੈ, ਪੈਟਰਨ ਵੀ ਨਿਸ਼ਚਿਤ ਹੈ, ਪਰ ਜਿਹੜੀ ਦਰ ਕਿਸ ਦਰ ਤੇ ਹੋਏਗਾ, ਮਤਲਬ ਕਿਸ ਰੇਟ ਤੇ ਹੋਏਗਾ ਉਹ ਚੇਂਜ ਹੋਏਗੀ, ਚਾਹੇ ਉਹ ਇੰਟਰਨਲ ਫੈਕਟਰ ਹੈ, ਚਾਹੇ ਉਹ ਐਕਸਟਰਨਲ ਫੈਕਟਰ ਹੈ, ਅੰਦਰੂਨੀ ਜਾਂ ਬਾਹਰੀ ਫੈਕਟਰ ਹੈ, ਪਰ ਇਹ ਸਾਰਾ ਕੁਝ ਹੁੰਦਾ ਤਾਂ ਰਹਿਣਾ ਹੈ। ਪਰ ਫਾਊਂਡੇਸ਼ਨ ਜਿਹੜੀ ਬਣੀ ਹੈ ਇਹ ਸਾਰੀਆਂ ਚੀਜ਼ਾਂ ਦੀ ਕਿੱਥੋਂ ਬਣੀ ਹੈ, ਦੋ ਚੀਜ਼ਾਂ ਦੀ ਬਣੀ ਹੈ। ਜਿਵੇਂ ਫॉर एग्जांपल ਹੈਰੀਡਿਟੀ ਵਿੱਚ ਕੀ ਹੁੰਦਾ ਹੈ ਕਿ ਜੋ ਤੁਸੀਂ ਮਾਂ-ਬਾਪ ਤੋਂ ਗੁਣ ਲਏ ਨੇ, ਔਰ এনवायरमेंट ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, এনवायरमेंट ਮਤਲਬ ਆਲੇ ਦੁਆਲੇ ਦਾ, ਜਿਵੇਂ ਮੈਂ ਪਿਛਲੀ ਸਲਾਈਡ ਦੇ ਵਿੱਚ ਵੀ ਗੱਲ ਕੀਤੀ ਹੈ। ਹੁਣ ਐਗਜ਼ਾਮਪਲ ਤੁਹਾਨੂੰ ਦਿੰਦੀ ਹਾਂ ਮੈਂ ਇੱਕ, ਜੇ ਆਪਾਂ ਹੈਰੀਡਿਟੀ ਦੇ ਰੋਲ ਦੀ ਗੱਲ ਕਰੀਏ, ਜੇ ਕਿਸੇ ਬੱਚੇ ਦੀ ਹੈਰੀਡਿਟੀ ਦੇ ਵਿੱਚ ਹੈ ਕਿ ਉਹਦੇ ਦਿਮਾਗ ਦਾ ਪ੍ਰੋਪਰ ਵਿਕਾਸ ਨਹੀਂ ਹੋਇਆ ਹੈ, ਉਹ ਬੱਚਾ ਜਿਹੜਾ ਹੈ ਉਹਦਾ ਕੰਟਰੋਲ ਨਹੀਂ ਹੈ ਆਪਣੀ ਇਮੋਸ਼ਨਸ ਦੇ ਉੱਤੇ, ਉਹਨੂੰ ਕੋਈ ਦਿਮਾਗੀ ਡਿਫੈਕਟ ਹੋ ਗਿਆ ਹੈ ਜਿਹੜਾ ਉਹ ਬਚਪਨ ਦੇ ਵਿੱਚ ਹੀ ਉਹਦੇ ਚ ਆਇਆ, ਤਾਂ ਤੁਸੀਂ ਜਿੰਨੀ ਮਰਜ਼ੀ ਵਧੀਆ ਉਹਨੂੰ এনवायरमेंट ਦੇ ਦਿਓ, ਉਹ ਬੱਚਾ ਠੀਕ ਹੋ ਹੀ ਨਹੀਂ ਪਾਏਗਾ, ਕਿਉਂਕਿ ਉਹਦੀ ਹੈਰੀਡਿਟੀ ਵਿੱਚ ਇਹ ਸਮੱਸਿਆ ਹੈ। ਔਰ ਜੇ ਆਪਾਂ ਪਰਸਨੈਲਿਟੀ ਦੀ ਗੱਲ ਕਰੀਏ, ਹੁਣ ਪਰਸਨੈਲਿਟੀ ਜਾਂ ਜਿਹੜੀ ਸਾਡੀ ਸ਼ਖਸੀਅਤ ਦਾ ਵਿਕਾਸ ਆਪਾਂ ਪਹਿਲੇ ਵੀ ਗੱਲ ਕੀਤੀ ਹੈ, ਉਹਦੇ ਸਾਡੇ ਆਲੇ ਦੁਆਲੇ ਦਾ ਅਸਰ ਬਹੁਤ ਜ਼ਿਆਦਾ ਹੈ। ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਬੱਚਾ ਜਿਹੜਾ ਹੈ ਉਹਨੂੰ ਪੇਰੈਂਟਸ ਤੋਂ ਉਹੋ ਜਿਹੀ ਚੀਜ਼ਾਂ ਨਹੀਂ ਮਿਲੀਆਂ, ਵਧੀਆ ਨਹੀਂ ਮਿਲੇ, ਪਰ ਉਹਨੂੰ এনवायरमेंट ਇੰਨੀ ਅੱਛੀ ਮਿਲੀ ਕਿ ਉਹਦੀ ਪਰਸਨੈਲਿਟੀ ਬਹੁਤ ਅੱਛੀ ਬਣ ਗਈ, ਬਹੁਤ ਜ਼ਿਆਦਾ ਵਧੀਆ ਉਹਦਾ ਵਿਕਾਸ ਹੋ ਪਾਇਆ, ਉਹਨੂੰ ਸਕੂਲ এনवायरमेंट ਅੱਛਾ ਮਿਲਿਆ, ਉਹਦੇ पेरेंट्स बहुत अच्छे हैं, ਉਹਨਾਂ ਨੇ ਚਾਹੇ ਉਹ ਆਪ ਪੜ੍ਹੇ ਲਿਖੇ ਨਹੀਂ ਹੋ ਪਰ ਉਹ ਬੱਚੇ ਨੂੰ ਪੜ੍ਹਾ ਰਹੇ ਹੈ, ਉਹਨੂੰ ਇਨਕਰੇਜ ਕਰਦੇ ਹੈ, ਤਾਂ ਉਹਨੂੰ ਐਸੀ এনवायरमेंट ਦਿੱਤੀ ਗਈ ਕਿ ਉਹਦੀ ਪਰਸਨੈਲਿਟੀ ਦਾ ਵਿਕਾਸ ਅੱਛਾ ਹੋ ਗਿਆ। ਸੋ ਡਿਵੈਲਪਮੈਂਟ ਦੀ ਫਾਊਂਡੇਸ਼ਨ ਕਿੱਥੋਂ ਹੈ, ਉਹਦਾ ਨੀਂਹ ਕਿੱਥੋਂ ਬਣੇਗੀ, ਹੈਰੀਡਿਟੀ ਐਂਡ এনवायरमेंट ਦੋਨਾਂ ਤੋਂ ਬਣੇਗੀ। एंड नेक्स्ट लास्ट बट वन, दो ही रह गए प्रिंसिपल।
अगला प्रिंसिपल है डेवलपमेंट इट इज अ प्रोडक्ट ऑफ मैच्योरेशन एंड लर्निंग। ਜਿਹੜਾ ਵਿਕਾਸ ਹੈ ਇਹ ਪ੍ਰੋਡਕਟ ਹੈ, ਪ੍ਰੋਡਕਟ मतलब गुणा करके बनता है। ਕਿਹੜੀਆਂ ਚੀਜ਼ਾਂ ਨੂੰ ਗੁਣਾ ਕਰਕੇ बनता है, ਕਿਹਨੂੰ ਗੁਣਾ ਕਰਾਂਗੇ, ਮਲਟੀਪਲਾਈ ਕਿਹਨੂੰ ਕਿਹਨੂੰ ਕਰਾਂਗੇ। ਪਹਿਲੀ ਚੀਜ਼ ਮੈਚੂਰੇਸ਼ਨ, ਦੂਜੀ ਚੀਜ਼ ਲਰਨਿੰਗ। ਔਰ ਇਹ ਦੋਨਾਂ ਨੂੰ ਗੁਣਾ ਕਰਾਂਗੇ ਤੇ ਸਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਸਾਨੂੰ ਪਤਾ ਚੱਲੇਗੀ ਕਿ ਅਸੀਂ ਕਿੰਨੇ ਡਿਵੈਲਪ ਕੀਤੇ ਆ। ਹੁਣ ਜਿਵੇਂ ਮੈਚੂਰੇਸ਼ਨ ਕੀ ਚੀਜ਼ ਹੈ, ਵਾਟ ਇਜ਼ ਮੈਚੂਰੇਸ਼ਨ ਜੇ ਆਪਾਂ ਗੱਲ ਕਰੀਏ, ਇਟ ਇਜ਼ ਅਨਫੋਲਡਿੰਗ ਆਫ ਟ੍ਰੇਟਸ ਵਿਚ ਆਰ ਪ੍ਰੈਜ਼ੈਂਟ ਇਨ ਇੰਡੀਵਿਜੂਅਲ। ਜਦੋਂ ਮੈਂ ਪੈਦਾ ਹੋਈ ਸੀ ਮੇਰੇ ਅੰਦਰ ਕੋਈ ਗੁਣ ਛੁਪੇ ਹੋਏ ਸੀ, ਜਦੋਂ ਮੈਂ ਉਹ ਗੁਣ ਲੱਭ ਲੇ ਤੇ ਅਪਲਾਈ ਕਰ ਲੇ, ਉਹਨੂੰ ਮੈਂ ਕਹੂੰਗੀ ਕਿ ਮੈਂ ਮੈਚੂਰ ਹੋ ਗਈ। ਐਂਡ ਦੂਜਾ ਫੈਕਟਰ ਹੈ ਲਰਨਿੰਗ। ਲਰਨਿੰਗ ਕੀ ਚੀਜ਼ ਹੈ, ਹੋ ਸਕਦਾ ਕਿ ਮੈਂ ਮੇਰੇ ਕੋਲ ਪੋਟੈਂਸ਼ੀਅਲ ਸੀਗਾ ਕਿ ਮੈਂ ਬਹੁਤ ਅੱਛਾ ਗਾ ਸਕਦੀ ਹਾਂ, ਮੇਰੇ ਕੋਲੇ ਮੈਚੋਰ ਮੈਂ ਕਦੋਂ ਹੋਈ, ਜਦੋਂ ਮੈਂ ਉਹਨੂੰ ਲੱਭ ਲਿਆ, ਹਨਾ। ਪਰ ਮੈਨੂੰ ਗਾਉਂਦਿਆਂ ਨੂੰ ਬੜਾ ਬੇਸੁਰਾ ਗਾ ਰਹੀ ਹਾਂ, ਮੈਨੂੰ ਲੱਗਦਾ ਹੈ ਕਿ ਮੇਰੀ ਆਵਾਜ਼ ਤਾਂ ਅੱਛੀ ਹੈ, ਮੈਂ ਕਿਉਂ ਨਾ ਮੈਂ ਸੁਰ ਸਿੱਖ ਲਾਂ, ਕਿਵੇਂ ਕਰਨੇ ਹੈ। ਮੈਂ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੰਦੀ। ਵਾਟ ਇਜ਼ ਦਿਸ ਟ੍ਰੇਨਿੰਗ, ਦਿਸ ਇਜ਼ ਲਰਨਿੰਗ। ਤਾਂ ਜੋ ਮੇਰੀ ਮੈਂ ਆਪਾਂ ਕਹਿੰਦੀ ਆ ਕਿ ਮੈਂ ਆਪਣੇ ਗਾਣ ਦਾ ਮੈਂ ਆਪਣਾ ਇੱਕ ਸਕਿੱਲ ਡਿਵੈਲਪ ਕੀਤਾ, ਡਿਵੈਲਪਮੈਂਟ ਕੀਤੀ, ਤਾਂ ਉਹ ਦੋ ਚੀਜ਼ਾਂ ਉੱਤੇ ਬੇਸਡ ਸੀ। ਪਹਿਲਾ ਮੈਚੂਰੇਸ਼ਨ, ਜਿਹੜਾ ਮੇਰਾ ਗਲੇ ਦਾ ਵਿਕਾਸ ਮੈਂ ਆਪਣਾ ਕਰਵਾਇਆ। दूसरा मैं स्किल लर्न कर लिया कि किस तरह प्रॉपर सुर लगाने हैं, तो ਉਹਦੇ ਨਾਲ ਕੀ ਹੋਇਆ, ਮੇਰੀ ਲਰਨਿੰਗ ਹੋ ਗਈ। ਸੋ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਕਿਹੜੀ ਡਿਵੈਲਪਮੈਂਟ ਹੋਈ, ਮੇਰੇ ਥਰੋਟ ਦੀ ਡਿਵੈਲਪਮੈਂਟ ਹੋਈ, ਮੇਰੀ ਵੌਇਸ ਦੀ ਡਿਵੈਲਪਮੈਂਟ ਹੋਈ, ਮੇਰੀ ਸਿੰਗਿੰਗ ਦਾ ਇੱਕ ਸਕਿੱਲ ਡਿਵੈਲਪਮੈਂਟ ਉਹਦੀ ਹੋਈ। ਔਰ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਕਿ ਜਿਹੜੀ ਇਹਦੇ ਸੌਰੀ ਗਲਤ ਲਿਖਿਆ ਹੋਇਆ, ਜਿਹੜੇ ਪ੍ਰੀਨੇਟਲ ਪੀਰੀਅਡ ਹੈ, ਪ੍ਰੀਨੇਟਲ ਪੀਰੀਅਡ ਹੁੰਦਾ ਹੈਗਾ ਜਿਹੜਾ ਸਾਡੇ ਪੈਦਾ ਹੋਣ ਤੋਂ ਪਹਿਲੇ ਦਾ ਜਿਹੜਾ ਸਮਾਂ ਹੈ, ਉਹਨੂੰ ਆਪਾਂ ਕਹਾਂਗੇ, ਇੱਥੇ ਪ੍ਰੀਨੇਟਲ ਆਏਗਾ। ਪ੍ਰੀਨੇਟਲ ਜਿਹੜੀ ਡਿਵੈਲਪਮੈਂਟ ਹੈ ਉਹ ਹੁੰਦੀ ਹੈ ਬੇਸਿਕਲੀ ਜੋ ਸਾਡਾ ਅੰਦਰੂਨੀ ਫੈਕਟਰਸ ਹੈ, ਉਹਦੇ ਚ ਜਿਵੇਂ ਸਾਈਜ਼ ਵਧਣਾ, ਕੁਆਲਿਟੇਟਿਵ ਨਹੀਂ ਕੁਆਂਟੀਟੇਟਿਵ ਚੇਂजेस ਦੇ ਨਾਲ ਆਣਾ, ਥਰੋਟ ਜਿਹੜਾ ਹੈ ਜਾਂ ਵੌਇਸ ਕਲੈਰਿਟੀ ਹੈ, ਜੋ ਮੇਰੇ ਅੰਗਾਂ ਦਾ ਵਿਕਾਸ ਹੈ, ਉਹ ਸਾਰਾ ਪ੍ਰੀਨੇਟਲ ਡਿਵੈਲਪਮੈਂਟ ਵਿੱਚ ਮੈਚੂਰੇਸ਼ਨ ਦੇ ਨਾਲ ਉਹਦਾ ਜ਼ਿਆਦਾ ਅਸਰ ਹੁੰਦਾ ਹੈ। ਪਰ ਜਿਹੜਾ ਆਪਾਂ ਪੈਦਾ ਹੋ ਜਾਂਦੇ ਆ ਉਸ ਤੋਂ ਬਾਅਦ, ਕਿਉਂਕਿ ਆਪਾਂ ਲਰਨਿੰਗ ਕਰਨਾ ਸ਼ੁਰੂ ਕਰਤੀ, ਆਪਾਂ ਸਿੱਖਣਾ ਸ਼ੁਰੂ ਕਰ ਦਿੱਤਾ, ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ, ਇਸ ਕਰਕੇ ਸਾਡੀ ਡਿਵੈਲਪਮੈਂਟ ਦੇ ਵਿੱਚ ਮੈਚੂਰੇਸ਼ਨ ਦੇ ਨਾਲ ਲਰਨਿੰਗ ਦਾ ਵੀ ਉਨਾ ਵੱਡਾ ਰੋਲ ਹੋ ਜਾਂਦਾ ਹੈ। ਸੋ ਡਿਵੈਲਪਮੈਂਟ ਇਟ ਇਜ਼ ਅ ਪ੍ਰੋਡਕਟ ਆਫ ਮੈਚੂਰੇਸ਼ਨ ਐਂਡ ਲਰਨਿੰਗ। ਐਂਡ ਇਸ ਤੋਂ ਬਾਅਦ ਲਾਸਟ ਸਾਡਾ ਪ੍ਰਿੰਸੀਪਲ ਹੈ, the child develops as a unified whole। ਜਿਹੜਾ ਬੱਚਾ ਹੈ, ਆਪਾਂ ਹੁਣ ਅਲੱਗ-ਅਲੱਗ ਤਰ੍ਹਾਂ ਦੀ ਵਿਕਾਸ ਦੀ ਗੱਲ ਕਰ ਰਹੇ ਹਾਂ, ਪਰ ਜਿਹੜਾ ਬੱਚਾ ਹੈ ਉਹ ਇੱਕ ਯੂਨੀਫਾਈਡ ਹੋਲ, ਇੱਕ ਹੀ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਦੀ ਹਾਰਮਨੀ ਦੇ ਵਿੱਚ, ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ, ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤੇ ਸਾਰਿਆਂ ਦੇ ਵਿੱਚ ਹੀ ਕਾਮਨ ਕੰਟਰੀਬਿਊਟਰੀ ਇਫੈਕਟ ਹੋ ਕੇ ਬੱਚਾ ਇੱਕ ਯੂਨੀਫਾਈਡ ਹੋਲ ਜਿਹੜਾ ਸਾਨੂੰ ਉਹ ਦਿਖੇਗਾ। ਹੁਣ ਜਿਹੜੇ ਬੱਚੇ ਜਿਹੜੇ ਹਾਈਲੀ ਇੰਟੈਲੈਕਚੁਅਲ ਹੁੰਦੇ, ਜਿਹਨਾਂ ਦਿਮਾਗ ਦਾ ਵਿਕਾਸ ਬਹੁਤ ਅੱਛਾ ਹੋਇਆ ਹੁੰਦਾ ਹੈ, ਉਹ ਆਮ ਤੌਰ ਤੇ ਸਰੀਰਕ ਰੂਪ ਦੇ ਵਿੱਚ ਵੀ ਵਧੀਆ ਹੁੰਦੇ ਨੇ। ਜਿਵੇਂ ਸਕੂਲਸ ਦੀਆਂ ਸਟੱਡੀਜ਼ ਆਪਾਂ ਦੇਖੀਆਂ ਨੇ ਨਾ, ਜਿਹੜੇ ਬੱਚਿਆਂ ਦੀ ਫਿਜ਼ੀਕਲ ਹੈਲਥ ਅੱਛੀ ਹੁੰਦੀ ਹੈ, ਬੇਸਿਕਲੀ ਤੁਸੀਂ ਦੇਖੋਗੇ ਉਹ ਸਪੋਰਟਸ ਵਿੱਚ ਵੀ ਵਧੀਆ ਹੁੰਦੇ ਆ, ਉਹ ਗਾਣੇ ਗੁਣੇ ਵਿੱਚ ਵੀ ਵਧੀਆ ਹੁੰਦੇ ਨੇ, ਡਰਾਇੰਗ ਵੀ ਉਹਨਾਂ ਦੀ ਅੱਛੀ ਹੁੰਦੀ। ਤੁਸੀਂ ਦੇਖਿਆ ਹੋਇਆ ਨਾ ਸਕੂਲ ਦੇ ਵਿੱਚ ਵੀ ਕਈ ਬੜੇ ਇੰਟੈਲੀਜੈਂਟ ਬੱਚੇ ਹੁੰਦੇ ਸੀ, ਸਾਰਾ ਕੁਝ ਹੀ ਅੱਛਾ ਕਰੀ ਜਾਂਦੇ ਸੀਗੇ, ਸਾਡੇ ਵਰਗੇ ਬੈਕ ਬੈਂਚਸ ਪਿੱਛੇ ਹੀ ਬੈਠੇ ਰਹਿ ਜਾਂਦੇ ਸੀਗੇ। ਔਰ ਜਿਹੜੇ ਬੱਚੇ ਮਾੜੂਆ ਜਿਹਾ ਫਿਜ਼ੀਕਲੀ ਵੀਕਨੈਸ ਹੈ, ਉਹਨੂੰ ਹਰ ਚੀਜ਼ ਵਿੱਚ ਹੀ ਪਿੱਛੇ, ਉਹਦੀ ਹੈਂਡ ਰਾਈਟਿੰਗ ਵੀ ਗੰਦੀ, ਉਹਦੀ ਸਭ ਕੁਝ ਹੀ ਗੰਦਾ, ਹਨਾ। ਤਾਂ ਬਟ ਕਿਉਂਕਿ ਇੱਕ ਇੱਕ ਚੀਜ਼ ਦਾ ਆਪਸ ਵਿੱਚ ਕੰਟਰੀਬਿਊਟਰੀ ਰੋਲ ਹੈ, ਸੋ ਚਾਈਲਡ ਵਿਲ ਡਿਵੈਲਪ ਐਜ਼ ਅ ਯੂਨੀਫਾਈਡ ਹੋਲ। ਔਰ ਜਿਹੜਾ ਇੰਟੈਲੈਕਟ ਹੈਗਾ ਉਹ ਤੁਹਾਡੇ ਸਰੀਰਕ ਵਿਕਾਸ, ਤੁਹਾਡੇ ਮਾਨਸਿਕ ਵਿਕਾਸ, ਇਹ ਸਾਰਿਆਂ ਦਾ ਮਿਲਿਆ ਜੁਲਿਆ ਰੂਪ ਹੈ। ਸੋ ਦਿਸ ਫਿਨਿਸ਼ਿਜ਼ ਯੋਰ this topic, and that is principles of development. Now I am unmuting all of you. You can unmute yourself and ask if you have any query. ਤੁਸੀਂ ਆਪਣੇ ਆਪ ਨੂੰ unmute ਕਰ ਸਕਦੇ। हाँ जी, कोई सवाल पूछ लो if you wish to ask. टॉपिक खत्म होया, खुश हो जाओ। समझ आया बेटा? Yes, हाँ जी मैम। ओके, सो हाँ, किन्ने दे हैगे अपने सिद्धांत किन्ने हैं? काउंट किया किसी ने? 13 मैम। वेरी गुड, वेरी गुड।
ਮੈਨੂੰ ਇਹ ਲੱਗਾ ਸੀ ਇਹ 13 ਦੇ ਪੂਰੇ ਰੱਟੇ ਮਾਰ ਕੇ ਰੱਖਣੇ ਆਪਾਂ ਹਨਾ, ਤੇ ਇਹਦੇ ਚ ਨੰਬਰ ਨਹੀਂ ਜਾਣ ਦੇਣਾ ਆਪਾਂ ਕੋਈ। ਓਕੇ, ਹਾਲੇ ਪਹਿਲਾ ਟੈਸਟ ਤਾਂ ਦੂਸਰੇ ਯੂਨਿਟ ਦਾ ਹੈਗਾ, ਬਟ ਆਫਟਰ ਦਿਸ ਵੀਲ ਹੈਵ ਅ ਟੈਸਟ ਆਫ ਦਿਸ ਟੌਪਿਕ ਆਲਸੋ। ਤੇ ਇਹਦੇ ਚ ਤੁਸੀਂ ਸਭ ਨੇ ਪੂਰੇ ਨੰਬਰ ਲੈਣੇ ਆ ਤਾਂ ਕਿ ਮੈਂ ਤੁਹਾਨੂੰ ਪੂਰੀ ਅਸੈਸਮੈਂਟ ਅੱਛੀ ਤੁਹਾਡੀ ਦੇ ਦਾਂ। ਠੀਕ ਹੈ, ਹਾਂਜੀ। ਹੋਰ ਜੀ नई ताजी कुछ, कोई चुटकुला ही सुना दो, बोरिंग पढ़ते ही रहते सारा दिन। मैम दूसरी क्लास का टाइम हो गया। कितने बोरिंग हो तुसी, जाओ मेनू की फर्क पैंदा। जाओ जाओ पढ़ो। ओके, टेक केयर, बाय। देखांगे बाय मैम। बाय मैम। हाँ, अगला टॉपिक हूँ मैं परमिंदर मैम कह रही थी मैं क्लास लवा, मैं नहीं मैंने पहले फिनिश कर लें दो टॉपिक, फिर उस तो बाद। हाँ चलो, ओके, बाय बाय। बाय मैम। गुड डे।